ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਲਾ ਤੀਜਾ। ਆਪ ਵੰਝਾਏ ਤਾਂ ਸਭ ਕਿਛ ਪਾਏ, ਆਪ ਵੰਝਾਏ ਤਾਂ ਸਭ ਕਿਛ ਪਾਏ। ਗੁਰ ਸ਼ਬਦੀ ਸੱਚੀ ਲਿਵ ਲਾਏ, ਗੁਰ ਸ਼ਬਦੀ ਸੱਚੀ ਲਿਵ ਲਾਏ। ਸੱਚ ਵਣੰਜੈ ਸੱਚ ਸੰਗਰ ਹੈ, ਸੱਚ ਬਣੰਜੈ ਸੱਚ ਸੰਗਰੈ। ਸੱਚ ਵਾਪਾਰ ਕਰਾਵਨਿਆ, ਸੱਚ ਵਾਪਾਰ ਕਰਾਵਣਿਆ। ਹਉ ਵਾਰੀ ਜੀਉ ਵਾਰੀ, ਹਉ ਵਾਰੀ ਜੀਉ ਵਾਰੀ। ਹਰ ਗੁਣ ਅਨ ਦਿਨ ਗਾਵਨਿਆ, ਹਰ ਗੁਣ ਅਨ ਦਿਨ ਗਾਵਣਿਆ। ਹਉ ਤੇਰਾ ਤੂੰ ਠਾਕੁਰ ਮੇਰਾ, ਹਉ ਤੇਰਾ ਤੂੰ ਠਾਕੁਰ ਮੇਰਾ। ਸ਼ਬਦ ਵਡਿਆਈ ਦੇਵਨਿਆ, ਸ਼ਬਦ ਵਡਿਆਈ ਦੇਵਣਿਆ। ਰਹਾਉ ਰਹਾਉ ਵੇਲਾ ਵਕਤ ਸਭ ਸੁਹਾਇਆ, ਵੇਲਾ ਵਕਤ ਸਭ ਸੁਹਾਇਆ। ਜਿਤ ਸੱਚਾ ਮੇਰੇ ਮਨ ਪਾਇਆ, ਜਿਤ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵਿਐ ਸੱਚ ਵਡਿਆਈ, ਸੱਚੇ ਸੇਵਿਐ ਸੱਚ ਵਡਿਆਈ। ਗੁਰ ਕਿਰਪਾ ਤੇ ਸੱਚ ਪਾਵਨਿਆ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਪਾਉ ਭੋਜਨ ਸਤਿਗੁਰ ਤੁਠੈ ਪਾਏ। ਅਨ ਰਸ ਚੂਕੈ ਹਰ ਰਸ ਮਨ ਵਸਾਏ, ਅਨ ਰਸ ਚੂਕੈ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਸੁਖ ਬਾਣੀ, ਸੱਚ ਸੰਤੋਖ ਸਹਿਜ ਸੁਖ ਬਾਣੀ। ਪੂਰੇ ਗੁਰ ਤੇ ਪਾਵਨਿਆ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ। ਫਿਰ ਓਏ ਕਿਥੋਂ ਪਾਇਨ ਮੋਖ ਦੁਆਰਾ, ਫਿਰ ਓਏ ਕਿਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੈ ਫਿਰ ਆਵੈ, ਮਰ ਮਰ ਜੰਮੈ ਫਿਰ ਆਵੈ। ਜਮਦਰ ਚੋਟਾ ਖਾਵਨਿਆ, ਜਮਦਰ ਚੋਟਾਂ ਖਾਵਣਿਆ। ਸ਼ਬਦੈ ਸਾਧ ਜਾਣੈ ਤਾਂ ਆਪ ਪਛਾਨੈ, ਸ਼ਬਦੈ ਸਾਧ ਜਾਣੈ ਤਾਂ ਆਪ ਪਛਾਣੈ। ਨਿਰਮਲ ਬਾਣੀ ਸ਼ਬਦ ਵਖਾਨੈ, ਨਿਰਮਲ ਬਾਣੀ ਸ਼ਬਦ ਵਖਾਣੈ। ਸੱਚੇ ਸੇਵ ਸਦਾ ਸੁਖ ਪਾਇਨ, ਸੱਚੇ ਸੇਵ ਸਦਾ ਸੁਖ ਪਾਇਨ। ਨੌ ਨਿਧ ਨਾਮ ਮਨ ਵਸਾਵਨਿਆ, ਨੌ ਨਿਤ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ, ਸੋ ਥਾਨ ਸੁਹਾਇਆ। ਜੋ ਹਰ ਮਨ ਪਾਇਆ, ਜੋ ਹਰ ਮਨ ਪਾਇਆ। ਸਤ ਸੰਗਤ ਬਹਿ, ਸਤ ਸੰਗਤ ਬਹਿ। ਹਰ ਗੁਣ ਗਾਇਆ, ਹਰ ਗੁਣ ਗਾਇਆ।
ਅਣ ਦਿਨ ਹਰ ਸਾ ਲਾਹੇ ਸਾਚਾ ਅਨ ਦਿਨ ਹਰ ਸਾਲਾ ਹੈ ਸਾਚਾ ਨਿਰਮਲ ਨਾਦ ਵਜਾਵਨਿਆ ਨਿਰਮਲ ਨਾਦ ਵਜਾਵਣਿਆ ਮਨ ਮੁਖ ਖੋਟੀ ਰਾਸ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਖੋਟਾ ਪਾਸਾਰਾ ਕੂੜ ਕਮਾਵਨ ਕੂੜ ਕਮਾਵਨ ਦੁਖ ਲਾਗੈ ਪਾਰਾ ਦੁਖ ਲਾਗੈ ਪਾਰਾ ਪਰਮੇ ਭੁੱਲੇ ਫਿਰਨ ਦਿਨ ਰਾਤੀ ਮੈਂ ਭੁੱਲੇ ਫਿਰਨ ਦਿਨ ਰਾਤੀ ਮਰ ਜਨਮੈ ਜਨਮ ਗਵਾਵਨਿਆ ਮਰ ਜਨਮੈ ਜਨਮ ਗਵਾ ਬਣਿਆ ਸੱਚਾ ਸਾਹਿਬ ਸੱਚਾ ਸਾਹਿਬ ਮੈਂ ਅਤ ਪਿਆਰਾ ਮੈਂ ਅਤ ਪਿਆਰਾ ਪੂਰੇ ਗੁਰ ਕੈ ਪੂਰੇ ਗੁਰ ਕੈ ਸ਼ਬਦ ਅਧਾਰਾ ਸ਼ਬਦ ਆਧਾਰਾ ਨਾਨਕ ਨਾਨਕ ਨਾਮ ਮਿਲੈ ਵਡਿਆਈ ਨਾਮ ਮਿਲੈ ਵਡਿਆਈ ਦੁਖ ਸੁਖ ਸਮ ਕਰ ਜਾਣਨਿਆ ਦੁਖ ਸੁਖ ਸਮ ਕਰ ਜਾਣਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 115 ਨੰਬਰ ਪੰਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਮਾਝ ਰਾਗ ਵਿੱਚ ਸਾਨੂੰ ਸਮਝਾ ਰਹੇ ਨੇ ਆਪ ਵੰਝਾਏ ਤਾਂ ਸਭ ਕੁਛ ਪਾਏ ਆਪ ਵੰਝਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਵਨੰਜੈ ਸੱਚ ਸੰਗਰ ਹੈ ਸੱਚ ਵਪਾਰ ਕਰਾਵਨਿਆ ਜਿਹੜਾ ਮਨੁੱਖ ਗੁਰੂ ਜੀ ਕਹਿੰਦੇ ਆਪਣੇ ਅੰਦਰੋਂ ਆਪਾ ਭਾਵ ਹਉਮੈ ਮਮਤਾ ਨੂੰ ਦੂਰ ਕਰਦਾ ਆਪ ਵੰਝਾਏ ਆਪਣੇ ਆਪ ਵਿੱਚੋਂ ਜਿਹੜਾ ਮਨੁੱਖ ਆਪਾ ਭਾਵ ਦੂਰ ਕਰਦਾ ਹੈ ਮਤਲਬ ਆਪਣੇ ਆਪ ਨੂੰ ਉਹ ਸਹੀ ਰਸਤੇ ਤੇ ਤੋਰਦਾ ਹੈ ਮਨ ਨੂੰ ਨਿਰਮਲ ਕਰਦਾ ਹੈ ਤਾਂ ਸਭ ਕੁਛ ਪਾਏ ਤਾਂ ਸਭ ਕੁਝ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਵਿੱਚ ਲੈ ਕੇ ਆਉਂਦਾ ਹੈ ਪਰ ਹਉਮੈ ਨੂੰ ਦੂਰ ਕਰਕੇ ਇੱਕ ਤਾਂ ਹੁੰਦਾ ਨਾ ਦੂਜਿਆਂ ਨੂੰ ਸਿੱਖਿਆ ਦੇਈ ਜਾਣੀ ਇੱਕ ਹੁੰਦਾ ਆਪਣੇ ਆਪ ਨੂੰ ਬਦਲਣਾ ਠੀਕ ਹੈ ਜੀ ਗੁਰ ਸ਼ਬਦੀ ਸੱਚੀ ਲਿਵ ਲਾਏ ਗੁਰੂ ਦੇ ਸ਼ਬਦ ਦੁਆਰਾ ਉਹ ਸੱਚੀ ਲਿਵ ਵਿੱਚ ਲਾਦਾ ਸੱਚੇ ਕੰਮਾਂ ਵਿੱਚ ਜੁੜ ਜਾਂਦਾ ਹੈ ਗੁਰੂ ਦੀ ਗੱਲ ਨੂੰ ਮੰਨ ਕੇ ਉਹ ਸੱਚੇ ਕੰਮਾਂ ਵਿੱਚ ਲੱਗ ਜਾਂਦਾ ਹੈ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸੱਚ ਵਨੰਜੈ ਉਹ ਸੱਚ ਦਾ ਵਪਾਰ ਕਰਦੇ ਨੇ ਕਿਹੜਾ ਵਪਾਰ ਕਰਦੇ ਨੇ ਸੱਚ ਦਾ ਵਪਾਰ ਕਿਵੇਂ ਹੁੰਦਾ ਜੀ ਜਦੋਂ ਕੋਈ ਕੰਮਕਾਜ ਕਰਦੇ ਹੋ ਸੱਚ ਲੈ ਕੇ ਆਉਣਾ ਕਿਸੇ ਨਾਲ ਠੱਗੀ ਨਾ ਮਾਰਨੀ ਵੀ 2 ਰੁਪਏ ਦੀ ਫੋਟੋ ਸਟੇਟ ਆ 10 ਰੁਪਏ ਲੈ ਲਓ ਐਮਰਜੈਂਸੀ ਲੱਗੀ ਹੋਈ ਹੈ ਬੰਦਾ ਸਪੈਸ਼ਲ ਦੁਕਾਨਾਂ ਬੰਦ ਨੇ ਸਾਡੀ ਫੋਟੋ ਸਟੇਟ ਚੱਲਦੀ ਆ ਹੁਣ ਆਪਾਂ ਵੱਧ ਲਓ ਉਦਾਹਰਣ ਹੈ ਸਮਝਾਉਣ ਲਈ ਜਸਟ ਇੱਕ ਠੀਕ ਹੈ ਜੀ ਵੀ ਮਤਲਬ ਉਦੋਂ ਵੀ ਸੱਚ ਹੋਵੇ ਜੋ ਨੋਰਮਲ ਸਿਚੁਏਸ਼ਨ ਹੈ ਉਦੋਂ ਹੀ ਅਸੀਂ ਉੱਦਾਂ ਬਿਹੇਵ ਕਰੀਏ ਜਿਵੇਂ ਅਸੀਂ ਨੋਰਮਲ ਕਰਦੇ ਹਾਂ ਮਤਲਬ ਕਿਸੇ ਦਾ ਨਜਾਇਜ਼ ਫਾਇਦਾ ਨਾ ਉਠਾਈਏ ਤਾਂ ਸੱਚ ਦਾ ਵਪਾਰ ਸਾਡੇ ਕਿਸੇ ਵੀ ਕੰਮ ਦੇ ਵਿੱਚ ਅਸੀਂ ਉੱਦਾਂ ਹੀ ਵਪਾਰ ਕਰੀਏ ਠੀਕ ਹੈ ਜੀ ਸੱਚ ਸੰਗਰ ਹੈ ਸੰਗਰ ਹੈ ਮਤਲਬ ਇਕੱਠਾ ਕਰਨਾ ਸੱਚ ਨੂੰ ਹੀ ਇਕੱਠਾ ਕਰੀਏ ਅਸੀਂ ਆਪਣੇ ਅੰਦਰ ਕਿਹਨੂੰ ਇਕੱਠਾ ਕਰੀਏ ਸਾਰਾ ਸੱਚ ਨੂੰ ਹੀ ਕੀ ਕਰੀਏ ਅਸੀਂ ਆਪਣੇ ਜੀਵਨ ਦੇ ਵਿੱਚ ਇਕੱਠਾ ਕਰੀਏ ਸੱਚ ਵਪਾਰ ਕਰਾਵਨਿਆ ਤੇ ਸੱਚੇ ਵਪਾਰ ਵਿੱਚ ਲੱਗੇ ਰਹੀਏ ਸੱਚ ਵਪਾਰ ਕਰਾਵਨਿਆ ਤੇ ਨਾਮ ਤਾਂ ਇਕੱਠਾ ਕਰਕੇ ਨਾਮ ਦਾ ਹੀ ਵਪਾਰ ਕਰਦੇ ਰਹੀਏ ਭਾਵ ਚੰਗੀ ਸੰਗਤ ਵਿੱਚ ਬੈਠ ਕੇ ਚੰਗੇ ਕੰਮਾਂ ਵਿੱਚ ਲੱਗੇ ਰਹੀਏ ਪਰਮਾਤਮਾ ਦੀ ਬਾਣੀ ਨੂੰ ਗੁਰੂ ਦੀ ਬਾਣੀ ਨੂੰ ਲਗਾਤਾਰ ਮਨ ਦੇ ਵਿੱਚ ਵਿਚਾਰਦੇ ਰਹੀਏ ਉਸ ਨਾਮ ਦੇ ਵਿੱਚ ਜੁੜੇ ਰਹੀਏ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਆ ਹੈ ਹੋਂ ਵਾਰੀ ਜੀਓ ਵਾਰੀ ਹੋਂ ਵਾਰੀ ਜੀਓ ਵਾਰੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ ਉਸ ਤੋਂ ਵਾਰਨੇ ਜਾਂਦਾ ਹਾਂ ਮੇਰੀ ਜ਼ਿੰਦਗੀ ਵਾਰਨੇ ਜਾਂਦੀ ਹੈ ਹਰ ਗੁਣ ਅਣ ਦਿਨ ਗਾਵਨਿਆ ਜੋ ਹਰ ਰੋਜ਼ ਪ੍ਰਮਾਤਮਾ ਦੇ ਗੁਣਾਂ ਨੂੰ
ਗਾਉਂਦੇ ਹਨ। ਹੋਂ ਤੇਰਾ ਮੈਂ ਤੇਰਾ ਹਾਂ, ਤੂੰ ਠਾਕੁਰ ਮੇਰਾ। ਪਰਮਾਤਮਾ ਤੂੰ ਮੇਰਾ ਹੈ, ਮਤਲਬ ਇੰਨਾ ਪਿਆਰ ਬਣ ਜਾਂਦਾ ਹੈ ਉਸ ਪਰਮਾਤਮਾ ਨੂੰ, ਫਿਰ ਅੰਦਰੋਂ ਹੀ ਆਵਾਜ਼ ਨਿਕਲਦੀ ਹੈ ਵੀ ਮੈਂ ਤੇਰਾ, ਤੂੰ ਮੇਰਾ ਪਰਮਾਤਮਾ। ਸ਼ਬਦ ਵਡਿਆਈ ਦੇਵਨਿਆ, ਸ਼ਬਦ ਦੁਆਰਾ, ਗਿਆਨ ਦੁਆਰਾ ਤੂੰ ਮੈਨੂੰ ਵਡਿਆਈਆਂ ਬਖਸ਼ਦਾ ਹੈ। ਜਿਹੜਾ ਬੰਦਾ ਗੁਰਬਾਣੀ ਜਾਂ ਸ਼ਬਦ ਪੜ੍ਹੂਗਾ, ਗਿਆਨ ਆਊਗਾ, ਉਹਦੀ ਵਡਿਆਈ ਸਾਰੀ ਜ਼ਿੰਦਗੀ ਹੋਊਗੀ। ਜਿਹੜਾ ਪੜ੍ਹਾਈਆਂ ਪੜ੍ਹੂਗਾ, ਆਪਣੇ ਆਪ ਨੂੰ ਪੜ੍ਹਾਈ ਵੱਲ ਜੋੜੂਗਾ, ਗੁਰੂ ਦੇ ਸ਼ਬਦ ਨੂੰ ਪੜ੍ਹਾਈ ਵੱਲ ਜੋੜੂਗਾ। ਗੁਰੂ ਦਾ ਸ਼ਬਦ ਵੀ ਇੱਕ ਐਜੂਕੇਸ਼ਨ ਹੈ ਜੋ ਸਾਨੂੰ ਦੇ ਰਹੀ ਹੈ ਅਸੀਂ ਜੀਵਨ ਕਿਵੇਂ ਜੀਣਾ ਹੈ। ਮਤਲਬ ਗੁਰੂ ਦਾ ਸ਼ਬਦ ਉਹ ਧੂਰਾ ਹੈ ਜਿਹਦੇ ਦੁਆਲੇ ਸਾਡਾ ਪੂਰਾ ਜੀਵਨ ਘੁੰਮਦਾ ਹੈ। ਗੁਰੂ ਦਾ ਸ਼ਬਦ ਕਿਹੜਾ ਧੂਰਾ ਹੈ? ਜਿਹਦੇ ਦੁਆਲੇ ਸਾਡਾ ਪੂਰਾ ਜੀਵਨ ਘੁੰਮਦਾ। ਅਸੀਂ ਜਿਹੜਾ ਮਰਜ਼ੀ ਕਾਰਜ ਕਰੀਏ ਉੱਥੇ ਗੁਰੂ ਦਾ ਸ਼ਬਦ ਸਾਨੂੰ ਰਾਹ ਦਿਖਾਈ ਜਾਂਦਾ ਵੀ ਤੂੰ ਇਹ ਕੰਮ ਕਿਵੇਂ ਕਰਨਾ ਹੈ। ਜਿਹੜਾ ਮਰਜ਼ੀ ਕਾਰਜ ਕਰੀਏ, ਰੋਟੀ ਖਾਣ ਤੋਂ ਲੈ ਕੇ ਸਾਹ ਲੈਣ ਦਾ ਤਰੀਕਾ ਵੀ ਗੁਰੂ ਜੀ ਸਾਨੂੰ ਸਮਝਾਉਂਦੇ ਨੇ। ਕਿਸੇ ਨਾਲ ਗੱਲ ਕਰਨ ਦਾ ਤਰੀਕਾ, ਜੀਵਨ ਜੀਣ ਦਾ ਤਰੀਕਾ, ਮਤਲਬ ਕੋਈ ਐਸਾ ਪੱਖ ਬਚੇ ਹੀ ਨਹੀਂ ਜਿਹੜਾ ਗੁਰੂ ਜੀ ਦੀ ਬਾਣੀ ਤੋਂ ਬਾਹਰ ਹੋਵੇ। ਜਦੋਂ ਬੰਦਾ ਗੁਰੂ ਦੀ ਬਾਣੀ ਅਨੁਸਾਰ ਆਪਣੇ ਜੀਵਨ ਦੇ ਹਰ ਪੱਖ ਨੂੰ ਸਵਾਰਦਾ ਹੈ, ਫਿਰ ਉਹ ਸ਼ਬਦ ਨੂੰ ਪੜ੍ਹ ਕੇ ਉਸ ਨੂੰ ਕੀ ਪ੍ਰਾਪਤ ਹੁੰਦੀ ਹੈ ਜੀ? ਵਡਿਆਈ। ਕੀ ਪ੍ਰਾਪਤ ਹੁੰਦੀ ਹੈ? ਵਡਿਆਈ। ਰਹਾਓ ਵੇਲਾ ਵਕਤ ਸਭ ਸੁਹਾਇਆ। ਗੁਰੂ ਜੀ ਕਹਿੰਦੇ ਕਿਸੇ ਭਰਮ ਭੁਲੇਖੇ ਨਾ ਪੈ ਵੀ ਕਿਹੜਾ ਸਮਾਂ ਵਧੀਆ ਕਿਹੜਾ ਮਾੜਾ ਹੈ, ਕਿਹੜਾ ਦਿਨ ਘਟੀਆ। ਆਪਾਂ ਕਰਦੇ ਨਾ ਜਿਵੇਂ ਪੁਜਾਰੀ ਵਰਗੀਆਂ ਦੇ ਸ਼ਨੀਵਾਰ ਮਾੜਾ ਹੈ ਜੀ, ਬੁੱਧਵਾਰ ਵੀਰਵਾਰ ਮਾੜਾ ਹੈ ਜੀ, ਪਤਾ ਨਹੀਂ ਮੰਗਲਵਾਰ ਨੂੰ ਫਲਾਣਾ ਕੁਛ ਹੋ ਜਾਂਦਾ, ਢਮਕਾਣਾ ਕੁਛ ਹੋ ਜਾਂਦਾ। ਪਰ ਗੁਰੂ ਜੀ ਕਹਿੰਦੇ ਜਦੋਂ ਤੇਰੇ ਮਨ ਵਿੱਚ ਪ੍ਰਮਾਤਮਾ ਵਸਿਆ ਹੋਇਆ ਹੈ ਨਾ, ਜਿਤ ਸੱਚਾ ਮੇਰੇ ਪਰ ਪਾਇਆ, ਜਿਹੜਾ ਸੱਚਾ ਉਹ ਸੱਚ ਮੇਰੇ ਅੰਦਰ ਵਸਿਆ ਹੋਇਆ ਹੈ। ਭਾਵ ਜਦੋਂ ਮੈਂ ਸੱਚੇ ਚੰਗੇ ਕੰਮ ਕਰਨੇ ਨੇ, ਫਿਰ ਵੇਲੇ ਵਕਤ ਦੇ ਫਾਲਤੂ ਚੱਕਰਾਂ 'ਚ ਨਹੀਂ ਪੈਣਾ। ਹਰ ਵੇਲਾ ਹੀ ਵਧੀਆ ਹੈ, ਤੂੰ ਚੰਗੇ ਕੰਮਾਂ ਨੂੰ ਰੋਕਣਾ। ਜੇ ਤੈਨੇ ਪੜ੍ਹਾਈ ਕਰਨੀ ਹੈ ਨਾ, ਸੋਚ ਵੀ ਮੈਂ ਆਹ ਫਲਾਣੇ ਮਹੂਰਤ 'ਤੇ ਪੜ੍ਹੂੰਗਾ। ਪੜ੍ਹਾਈ ਕਰਨੀ ਚੰਗਾ ਕੰਮ ਹੈ ਨਾ, ਉਹਨੂੰ ਹੁਣੇ ਸਟਾਰਟ ਕਰ ਲਓ। ਕਿਸੇ ਦਾ ਭਲਾ ਕਰਨਾ ਚੰਗਾ ਕੰਮ ਹੈ ਨਾ, ਉਹਦੇ ਲਈ ਮਹੂਰਤ ਕਢਾਉਣ ਦੀ ਲੋੜ ਨਹੀਂ ਕਿ ਮੈਨੇ ਕਦੋਂ ਸਟਾਰਟ ਕਰਨਾ ਹੈ। ਆਪਣਾ ਘਰ ਦਾ ਕੰਮ ਚਲਾਉਣਾ, ਅਸੀਂ ਆਪਣੀ ਦੁਕਾਨ ਖੋਲ੍ਹਣੀ, ਨਵਾਂ ਬਿਜ਼ਨਸ ਸਟਾਰਟ ਕਰਨਾ, ਸਾਨੂੰ ਕਿਸੇ ਮਹੂਰਤਾਂ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਉਹ ਕਰਕੇ ਕਿਰਤ ਨੂੰ ਪੈਦਾ ਕਰ ਰਹੇ ਹੋ। ਕੀ ਪੈਦਾ ਕਰ ਰਹੇ ਹੋ? ਕਿਰਤ ਨੂੰ ਪੈਦਾ ਕਰ ਰਹੇ ਹੋ, ਕੰਮ ਨੂੰ ਪੈਦਾ ਕਰ ਰਹੇ ਹੋ, ਜਿਸ ਨਾਲ ਸਮਾਜ ਦਾ ਭਲਾ ਹੀ ਹੁੰਦਾ ਚੰਗੇ ਕੰਮ ਕਰਕੇ। ਫਿਰ ਜਿਹੜਾ ਵਕਤ ਗੁਰੂ ਜੀ ਕਹਿੰਦੇ ਤੂੰ ਵਿਚਾਰੇਂਗਾ। ਇਸ ਦਾ ਮਤਲਬ ਜਿੰਨੇ ਆਹ ਜੀਵ ਜੰਤੂ ਕੰਮ ਕਰਦੇ ਨੇ, ਖਾਣ ਪੀਣ ਦਾ, ਫਿਰ ਉਹ ਤਾਂ ਫਿਰ ਮਹੂਰਤ ਦੇ ਚੱਕਰਾਂ 'ਚ ਪਏ ਰਹਿਣ। ਕਿ ਦੇਖਿਆ ਕਿਸੇ ਕੀੜੀ ਨੂੰ ਇਹ ਸੋਚਦੇ ਹੋਏ ਵੀ ਮੈਂ ਨਵੀਂ ਖੱਡ ਪੱਟਣ ਜਾ ਰਹੀ ਹਾਂ, ਮੈਂ ਹੁਣ ਮਹੂਰਤ ਕਢਾ ਲਵਾਂ। ਚੂਹਾ ਕੋਈ ਖੱਡ ਪੱਟਦਾ ਆਪਣੇ ਰਹਿਣ ਵਾਸਤੇ, ਕਦੇ ਉਹਨੇ ਮਹੂਰਤ ਕਢਾਇਆ? ਕਿਸੇ ਵੀ ਪਸ਼ੂ ਪੰਛੀ ਨੇ ਆਪਣੇ ਆਲਣੇ ਬਣਾਏ ਨੇ, ਕਦੀ ਮਹੂਰਤ ਕਢਾਏ ਨੇ? ਜੇ ਚੀਜ਼ਾਂ ਨਾਲ ਕੁਛ ਹੁੰਦਾ ਫਿਰ ਤਾਂ ਪਰਮਾਤਮਾ ਉਹਨਾਂ ਨੂੰ ਵੀ ਤਰੀਕ ਦੱਸ ਦਿੰਦਾ ਮਹੂਰਤ ਕਢਾਉਣ ਦੇ ਤਰੀਕੇ। ਕੀ ਉਹਨਾਂ ਦੇ ਆਲਣੇ ਨਹੀਂ ਟੁੱਟਦੇ ਫਿਰ ਵੀ ਜਾਂਦੇ ਨੇ। ਪਰ ਕਦੀ ਦੁਆਰਾ ਆਲਣਾ ਬਣਾਉਣ ਲੱਗੇ ਫਿਰ ਮਹੂਰਤ ਕਢਾਉਂਦੇ ਵੀ ਇਸ ਵਾਰ ਮਹੂਰਤ ਕਢਾ ਲਓ, ਫਿਰ ਆਲਣਾ ਨਹੀਂ ਟੁੱਟੂ ਸਾਡਾ। ਕਦੀ ਕਢਾਇਆ ਜੀ ਉਹਨਾਂ ਨੇ? ਨਹੀਂ। ਇਹ ਪਖੰਡਵਾਦ ਨੂੰ ਪੁਜਾਰੀ ਵਰਗ ਨੇ ਜਾਣ-ਬੁੱਝ ਕੇ ਅੰਦਰ ਵਾੜਿਆ ਵੀ ਉਹਦੀ ਰੋਟੀ ਚੱਲੇ। ਜਿੰਨੇ ਵੀ ਕੰਮ ਪੁਜਾਰੀ ਦੇ ਦੁਆਲੇ ਘੁੰਮਦੇ ਨੇ, ਸਾਡੇ ਜਨਮ ਤੋਂ ਲੈ ਕੇ ਮਰਨ ਤੱਕ, ਪੁਜਾਰੀ ਦਾ ਮਤਲਬ ਗੱਲ ਇਹ ਨਹੀਂ ਕਿ ਪੰਡਤ ਦੀ ਗੱਲ ਕਰ ਰਹੇ ਹਾਂ। ਪੁਜਾਰੀ ਦਾ ਮਤਲਬ ਮੁਸਲਮਾਨਾਂ ਦਾ ਵੀ ਹੋ ਸਕਦਾ, ਈਸਾਈਆਂ ਦਾ ਵੀ ਹੋ ਸਕਦਾ, ਸਿੱਖਾਂ ਦਾ ਵੀ ਹੋ ਸਕਦਾ। ਸਿੱਖਾਂ 'ਚ ਗ੍ਰੰਥੀ ਪੁਜਾਰੀ ਵਰਗੇ ਹੈ, ਬਾਬੇ ਪੁਜਾਰੀ ਵਰਗੇ ਨੇ। ਜਿੰਨੇ ਭਰਮ ਭੁਲੇਖਿਆਂ ਵੀ ਸਾਨੂੰ ਇਹ ਪਾਉਂਦੇ ਨੇ, ਸਾਡਾ ਜੀਵਨ ਓਨਾ ਹੀ ਗੁੰਝਲਦਾਰ ਬਣੀ ਜਾਂਦਾ ਦਿਨੋਂ ਦਿਨ। ਜੇ 100 ਬੰਦਾ ਅਸੀਂ ਜੇ 100 ਬੰਦੇ ਦੇ 5 ਟੋਟੇ ਬਣਾ ਲਈਏ, 100 ਬੰਦੇ ਦੇ ਮਤਲਬ 500 ਬੰਦੇ ਦਾ 100 ਦਾ ਇੱਕ ਟੋਟੇ ਬਣਾ ਲਈਏ 5, ਠੀਕ ਹੈ ਜੀ। 100 ਬੰਦੇ ਨੂੰ ਤੁਸੀਂ ਪੜ੍ਹਨ ਵਾਸਤੇ ਨਹੀਂ ਭੇਜਣਾ, 100 ਬੰਦੇ ਨੂੰ ਤੁਸੀਂ ਭੇਜ ਦਿਓ ਕਿਸੇ ਬਾਬੇ ਲਵੇ ਵੀ ਜਾ ਕੇ ਕੰਮ ਦਾ ਮਹੂਰਤ ਕਢਾ ਲਿਆ। 100 ਬੰਦੇ ਨੂੰ ਕਿਸੇ ਪੰਡਤ ਲਵੇ ਭੇਜ ਦਿਓ, 100 ਬੰਦੇ ਨੂੰ ਕਿਸੇ ਮੁਸਲਮਾਨ ਵਾਲੇ ਬੰਦੇ ਲਈ ਭੇਜ ਦਿਓ, ਜਿਹੜਾ ਵੀ ਉਹਨਾਂ ਦੇ ਵਿੱਚ ਸਿਸਟਮ ਹੁੰਦਾ ਉੱਥੇ ਭੇਜ ਦਿਓ। 100 ਬੰਦੇ ਨੂੰ ਤੁਸੀਂ ਮੜੀਆਂ 'ਤੇ ਭੇਜ ਦਿਓ, ਜਾਂ ਤੂੰ ਮੜੀ 'ਤੇ ਜਾਇਆ ਕਿਸੇ, ਠੀਕ ਹੈ ਨਾ। ਅਤੇ 100 ਬੰਦਾ ਹੀ ਗੁਰਦੁਆਰੇ ਆ ਜਾਵੇ। ਮੈਂ ਪੜ੍ਹਨ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਜਾਣ ਦੀ ਗੱਲ ਕਰ ਰਿਹਾ ਵੀ ਜੇ 100 ਦਾ 100 ਬੰਦਾ ਜਾ ਕੇ ਉੱਥੇ ਜਾ ਕੇ ਅਰਦਾਸ ਕਰੇ, ਜਿੱਥੇ ਵੀ ਉਹ ਕਰਦੇ ਨੇ ਪੁਜਾਰੀ ਲਵੇ ਜਾ ਕੇ, ਕੋਈ ਮੜੀਆਂ 'ਤੇ ਜਾ ਕੇ, ਤਾਂ ਤੁਸੀਂ ਦੇਖਿਓ ਸਕਸੈਸ ਰੇਸ਼ੋ ਸਾਰਿਆਂ ਦੀ ਸੇਮ ਹੋਏਗੀ। ਐਵਰੇਜ ਮਾੜਾ ਮੋਟਾ 19-21 ਦਾ ਫਰਕ ਹੋ ਸਕਦਾ ਹੈ, ਕਿਸੇ ਦੀ ਘੱਟ ਕਿਸੇ ਦੀ ਵੱਧ, ਰਿਜ਼ਲਟ ਸੇਮ ਜੀ ਆਉਣਗੇ। ਮੰਨ ਲਓ ਜੇ ਆਪਾਂ ਹੋਰ ਤਰੀਕੇ ਨਾਲ ਸੋਚੀਏ ਵੀ 100 ਜਨਾਨੀਆਂ ਨੂੰ 500 ਜਨਾਨੀਆਂ ਹੋਣ,
ਉਹਨਾਂ ਪਰਿਵਾਰਾਂ ਨੂੰ ਭੇਜ ਦਿਓ ਵੀ ਇਹਨਾਂ ਦੇ ਬੱਚਾ ਹੋਣ ਵਾਲਾ ਜੀ, ਇਹਦੇ ਮੁੰਡਾ ਹੋਊਗਾ ਜਾਂ ਕੁੜੀ ਹੋਊਗੀ। ਜੇ 100 ਬੰਦਾ ਇਹਨਾਂ ਲਵੇ ਚਲਾ ਜਾਵੇ ਤਾਂ ਰਿਜ਼ਲਟ ਸੇਮ ਜਿਹਾ ਹੀ ਆਊਗਾ। ਜੇ ਰਿਜ਼ਲਟ ਸੇਮ ਆ ਰਿਹਾ ਹੈ, ਇਸ ਦਾ ਮਤਲਬ ਗੜਬੜ ਹੈ ਨਾ ਸਾਡੇ ਸਮਝਣ 'ਚ ਕਿਤੇ ਕਹਾਣੀ ਨੂੰ। ਜ਼ਿਆਦਾ ਇਹ ਹੁੰਦਾ ਵੀ ਜਿਹਨੂੰ ਅਸੀਂ ਸਪੈਸ਼ਲ ਮੰਨਦੇ ਹਾਂ ਉਹਦੇ 100 ਦੇ 100 ਮੁੰਡੇ ਹੀ ਪੈਦਾ ਹੋ ਜਾਂਦੇ। ਲੋਕ ਮੁੰਡੇ ਮੰਗਣ ਜਾਂਦੇ ਨੇ, ਵੈਸੇ ਮਾफ़ ਕਰਨਾ ਇਹ ਵੀ ਪਖੰਡ ਆ ਬਹੁਤ ਵੱਡਾ। 100 ਦੇ 100 ਬੰਦੇ ਕਰ ਜਾਂਦੇ ਮੁੰਡੇ ਆ ਸਾਡੇ ਘਰੇ। ਜੇ ਤਾਂ ਆਪਾਂ ਕਿਸੇ ਚੀਜ਼ ਨੂੰ ਮੰਨ ਲਈਏ ਵੀ ਬਹੁਤ ਤਕੜੀ ਆ ਉਹ, ਵੀ ਬਸ ਇਹ ਤਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਹਰ ਜਗ੍ਹਾ 'ਤੇ, ਫਿਰ ਤਾਂ ਉੱਥੇ 100 ਦੇ 100 ਮੁੰਡੇ ਹੋਣੇ ਚਾਹੀਦੇ ਨੇ। ਜੇ ਸਾਰਿਆਂ ਦੇ ਕਿਤੇ ਬਰਾਬਰ ਕੰਮ ਹੋ ਰਿਹਾ ਵੀ ਮੜੀ ਵਾਲੇ ਦੇ ਵੀ ਅੱਧੇ ਮੁੰਡੇ ਅੱਧੇ ਕੁੜੀਆਂ, ਗੁਰਦੁਆਰੇ ਦੇ ਵੀ ਅੱਧੇ ਮੁੰਡੇ ਅੱਧੇ ਕੁੜੀਆਂ, ਪੰਡਤ ਲਈ ਵੀ ਅੱਧੇ ਮੁੰਡੇ ਅੱਧੇ ਕੁੜੀਆਂ, ਮੰਦਿਰ 'ਚ ਜਾ ਕੇ ਵੀ ਆਪਾਂ ਲਾ ਲਈਏ ਕਿਸੇ ਬਾਬੇ ਲਈ ਵੀ ਅੱਧੇ ਮੁੰਡੇ ਅੱਧੇ ਕੁੜੀਆਂ, ਇੱਦਾਂ ਹੀ ਆਪਾਂ ਹੋਰ ਧਰਮਾਂ ਦਾ ਲਾ ਲਓ, ਤਾਂ ਇਸ ਦਾ ਮਤਲਬ ਅਸੀਂ ਧਰਮ ਨੂੰ ਸਮਝ ਨਹੀਂ ਪਾਏ। ਜੇ ਅੱਧੇ ਮੁੰਡੇ ਅੱਧੇ ਕੁੜੀਆਂ ਹੋਣੇ ਨੇ ਫਿਰ ਤਾਂ ਕਿਤੇ ਵੀ ਚਲੇ ਜਾਓ, ਜੇ ਅਸੀਂ ਇਹ ਚੱਕਰ 'ਚ ਪੈਣਾ ਫਿਰ ਗੁਰੂ ਦੀ ਸਿੱਖਿਆ ਦਾ ਤੂੰ ਸਮਝ ਪਈ ਨਹੀਂ ਕਹਾਣੀ ਗੁਰੂ ਦੀ। ਇਹ ਤਾਂ ਪਰਮਾਤਮਾ ਦਾ ਨਿਯਮ ਹੈ ਨਾ ਇਹ ਚੀਜ਼ਾਂ ਦੇ ਉੱਪਰ, ਤਾਂ ਇਹ ਕਿਸੇ ਦੇ ਜਾਦੂ ਮੰਤਰ ਨਾਲ ਥੋੜ੍ਹੀ ਪੈਦਾ ਹੋਣ ਲੱਗੇ ਨੇ। ਸਾਨੂੰ ਇਹ ਕਹਾਣੀ ਸਮਝਣੀ ਪੈਣੀ ਹੈ, ਇਹ ਪਖੰਡਵਾਦ 'ਚੋਂ ਬਾਹਰ ਨਿਕਲਣਾ ਪੈਣਾ ਹੈ। ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਕੀ ਦੱਸਣਾ ਚਾਹੁੰਦੇ ਨੇ, ਅਸੀਂ ਉਹਨਾਂ ਵੱਲ ਅਗਰ ਧਿਆਨ ਦਈਏ ਤਾਂ ਸਾਡੇ ਜੀਵਨ ਵਧੀਆ ਹੋ ਸਕਦੇ ਨੇ। ਜੇ ਇਹਨਾਂ ਚੀਜ਼ਾਂ ਨੇ ਚੀਜ਼ਾਂ ਹੋਣ ਫਿਰ ਤਾਂ ਪੜ੍ਹਾਈ ਦੀ ਲੋੜ ਨਾ ਪਵੇ, ਫਿਰ ਤਾਂ ਜਾ ਕੇ ਮੰਗ ਲਓ, ਫਿਰ ਤਾਂ ਜਾ ਕੇ ਪੜ੍ਹੋ ਨਾ ਕੰਮ ਕਰੋ, ਮੰਗ ਲਓ ਵੀ ਸਾਡੇ ਘਰੇ ਰਾਤ ਨੂੰ 100 ਕਿਲੋ ਆਟਾ ਗਿਰ ਜਾਵੇ, 50 ਕਿਲੋ ਦਾਲ ਗਿਰ ਜਾਵੇ, ਫਿਰ ਐਂ ਕਰੀ ਚੱਲੋ, ਕੰਮ ਇਹ ਨਾ ਕਰੋ। ਜਾ ਕੇ ਪੁਜਾਰੀ ਨੂੰ ਕਹੋ ਕੰਮ ਕਰਾਉਣ ਦੀ ਕੀ ਲੋੜ ਆ ਲੋਕਾਂ ਤੋਂ, ਫਿਰ ਤੂੰ ਇੱਥੇ ਮੰਗਾਈਓ, ਚੱਲ ਉਰੇ ਬਿਠਾ ਕੇ ਰੱਖ 24 ਘੰਟੇ, ਚਾਹੇ ਮੰਦਿਰ ਹੈ ਚਾਹੇ ਗੁਰਦੁਆਰਾ, ਜਿੱਥੇ ਮਰਜ਼ੀ ਆਪਾਂ ਕਹਿੰਦੇ ਹਾਂ, ਫਿਰ 24 ਘੰਟੇ ਉੱਥੇ ਹੀ ਬਿਠਾ ਲਿਆ ਅੰਦਰੇ ਵੀ ਜੇ ਕੋਈ ਨਾ ਕੰਮ 'ਤੇ ਜਾਓ ਜੀ ਆਪਾਂ ਜਾਦੂ ਮੰਤਰ ਨੇ ਇੱਥੇ ਗਿਰੂ ਆ ਕੇ। ਜਿਵੇਂ ਸਾਨੂੰ ਭਗਤਾਂ ਦੀਆਂ ਕਹਾਣੀਆਂ ਸੁਣਾਈ ਜਾਂਦੀਆਂ ਨੇ ਵੀ ਭਗਤ ਕਬੀਰ ਜੀ ਦੀ ਕੁੜੀ ਦਾ ਵਿਆਹ ਸੀ, ਪਤਾ ਨਹੀਂ ਕਿੱਥੋਂ ਪੈਸਾ ਆ ਗਿਆ, ਕਿੱਥੋਂ ਫਲਾਣਾ ਆ ਗਿਆ, ਇਹ ਬੜੇ ਸਾਨੂੰ ਪੁੱਠੀਆਂ ਦੀਆਂ ਕਹਾਣੀਆਂ ਸੁਣਾਈ ਜਾਂਦੇ ਨੇ। ਫਿਰ ਕੰਮ ਕਰਨ ਦੀ ਲੋੜ ਕੀ ਆ ਸਾਨੂੰ, ਫਿਰ ਸਾਰਿਆਂ ਨੂੰ ਬਿਠਾ ਲਓ ਵੀ ਆ ਜਾਓ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੋ ਵੀ ਕਿਸੇ ਨੇ ਕਹਾਣਾ ਕਹੀ ਚੱਲੋ, ਮਿਹਨਤਾਂ ਨਾ ਕਰੋ ਫਿਰ। ਪਰ ਜਦੋਂ ਅਸੀਂ ਗੁਰੂ ਦੀ ਗੁਰਬਾਣੀ ਨੂੰ ਆਪ ਪੜ੍ਹ ਕੇ ਵਿਚਾਰਾਂਗੇ ਤਾਂ ਕਹਾਣੀਆਂ ਚੇਂਜ ਹੋਣਗੀਆਂ, ਸਮਝ ਚੇਂਜ ਹੋਊਗੀ, ਬੁੱਧੀ ਨੂੰ ਅਕਲ ਆਊਗੀ ਵੀ ਅਸਲ 'ਚ ਗੁਰੂ ਜੀ ਕਹਿਣਾ ਕੀ ਚਾਹੁੰਦੇ ਸੀ, ਅਸਲ 'ਚ ਨਾਮ ਹੈ ਕੀ, ਸਾਨੂੰ ਕਿਹੜੇ ਭਰਮ ਭੁਲੇਖਿਆਂ 'ਚ ਪਾਈ ਜਾਂਦੇ ਨੇ ਲੋਕ। ਜੋ ਵਾਹਿਗੁਰੂ ਸ਼ਬਦ ਦਾ ਉਚਾਰਨ ਹੈ ਨਾ, ਇਹ ਤਾਂ ਸਾਡੇ ਜਦੋਂ ਅਸੀਂ ਗੁਰਬਾਣੀ ਪੜ੍ਹ ਕੇ ਸਾਡਾ ਜੀਵਨ ਵਧੀਆ ਬਣਦਾ, ਜਦੋਂ ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਬਦਲਦੇ ਹਾਂ ਤਾਂ ਚੰਗਾ ਬਣ ਜਾਂਦਾ ਨਾ, ਉਦੋਂ ਸਾਡੇ ਮੂੰਹ 'ਚੋਂ ਵਾਹਿਗੁਰੂ ਸ਼ਬਦ ਨਿਕਲਦਾ, ਗੁਰੂ ਤੂੰ ਬਹੁਤ ਵਧੀਆ ਹੈ, ਤੈਨੇ ਸਾਨੂੰ ਚੰਗੇ ਰਸਤੇ ਪਾਤਾ। ਜਿਵੇਂ ਭੱਟਾਂ ਨੇ ਵੀ ਇਹੀ ਕਿਹਾ ਸੀ ਨਾ, ਵਾਹਿਗੁਰੂ ਭੱਟਾਂ ਨੇ ਉਚਾਰਨ ਕੀਤਾ ਸੀ ਪਹਿਲਾਂ, ਗੁਰਬਾਣੀ 'ਚ ਆਉਂਦਾ ਹੈ ਜਦੋਂ ਭੱਟਾਂ ਦਾ ਆਪਣਾ ਜੀਵਨ ਬਦਲਿਆ, ਗੁਰੂ ਨੇ ਲੋਕਾਂ ਨੂੰ ਬਦਲੇ, ਸਮਾਜ ਨੂੰ ਬਦਲ ਕੇ ਰੱਖ ਦਿੱਤਾ, ਹਰ ਇੱਕ ਸਿੱਖ ਚੜ੍ਹਦੀ ਕਲਾ 'ਚ ਹੋ ਗਿਆ, ਤਾਂ ਫਿਰ ਭੱਟਾਂ ਨੇ ਕਿਹਾ ਵਾਹ ਗੁਰੂ ਤੇਰੀ ਤਾਂ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਉਦੋਂ ਮੂੰਹ 'ਚੋਂ ਵਾਹਿਗੁਰੂ ਨਿਕਲਦਾ, ਫਿਰ ਕਹਿੰਦਾ ਵੀ ਤੂੰ ਵਾਹ, ਤੂੰ ਕੀ ਚੀਜ਼ ਹੈ, ਤੈਨੂੰ ਇੰਨਾ ਕੁਛ ਕਰਤਾ। ਸਾਨੂੰ ਹੋਰ ਚੱਕਰਾਂ 'ਚ ਪਾਤਾ ਇਹਨਾਂ ਲੋਕਾਂ ਨੇ। ਜਦੋਂ ਵੀ ਆਪਾਂ ਵਾਹਿਗੁਰੂ ਦਾ ਉਚਾਰਨ ਕਰੀਏ, ਕੋਸ਼ਿਸ਼ ਕਰੀਏ ਸਾਡੇ ਮਨ 'ਚ ਇਹ ਅਹਿਸਾਸ ਹੋਵੇ ਵੀ ਅਸੀਂ ਗੁਰੂ ਦਾ ਧੰਨਵਾਦ ਕਰਦੇ ਹਾਂ, ਤੈਨੇ ਸਾਨੂੰ ਵਧੀਆ ਸਿੱਖਿਆ ਦਿੱਤੀ। ਤੁਸੀਂ ਕਹਿੰਦਾ ਵਾਹਿਗੁਰੂ, ਮਨ 'ਚ ਵਿਚਾਰ ਆਵੇ ਗੁਰੂ ਜੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਤੈਨੇ ਮੈਨੂੰ ਇੰਨਾ ਸੋਹਣਾ ਜੀਵਨ ਦਿੱਤਾ, ਤੈਨੇ ਇੰਨੀ ਸੋਹਣੀ ਸਿੱਖਿਆ ਦੇ ਕੇ ਮੇਰਾ ਜੀਵਨ ਬਦਲ ਦਿੱਤਾ, ਉੱਦਾਂ ਸਾਡੇ ਮੂੰਹ 'ਚੋਂ ਵਾਹਿਗੁਰੂ ਨਿਕਲੂਗਾ ਨਾ, ਆਨੰਦ ਵੱਧ ਆਊਗਾ। ਤਾਂ ਗੁਰੂ ਜੀ ਕਹਿੰਦੇ ਕਿਸੇ ਵੇਲੇ ਦੇ ਚੱਕਰ 'ਚ ਨਹੀਂ ਪੈਣਾ। ਜਦੋਂ ਗੁਰਬਾਣੀ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ, ਹਰ ਵੇਲਾ ਵਧੀਆ, ਭਾਵ ਸੱਚ ਵਸ ਗਿਆ ਤਾਂ ਹਰ ਵੇਲਾ ਵਕਤ ਹੀ ਚੰਗਾ ਹੁੰਦਾ ਹੈ। ਸੱਚੇ ਸੇਵਿਆ ਸੱਚ ਵਡਿਆਈ, ਜਦੋਂ ਸੱਚੇ ਨੂੰ ਸੇਵਦੇ ਹਾਂ, ਭਾਵ ਸੱਚੇ ਦੇ ਅਨੁਸਾਰ ਜੀਵਨ ਜੀਂਦੇ ਹਾਂ, ਇਹਦੇ ਵਿੱਚ ਆ ਗਿਆ ਨਾ ਜੇ ਸੱਚਾ, ਜਦੋਂ ਮੇਰੇ ਮਨ ਸੱਚਾ ਭਸ ਜਾਂਦਾ ਹੈ, ਉਹ ਵੇਲਾ ਉਹ ਵਕਤ ਉਹ ਸੱਚਾ ਹੋ ਜਾਂਦਾ ਹੈ, ਉਹ ਵਧੀਆ ਬਣ ਜਾਂਦਾ ਹੈ। ਸੱਚੇ ਸੇਵਿਆ ਸੱਚ ਵਡਿਆਈ, ਜਦੋਂ ਸੱਚੇ ਦੇ ਅਨੁਸਾਰ ਜੀਵਨ ਜੀਂਦੇ ਹਾਂ ਤਾਂ ਜਿਹੜੀ ਵਡਿਆਈ ਮਿਲਦੀ ਹੈ ਨਾ, ਸੱਚੀ ਮਿਲਦੀ ਹੈ। ਹੁਣ ਭਗਤ ਪੂਰਨ ਸਿੰਘ ਦੀ ਕੋਈ ਝੂਠੀ ਵਡਿਆਈ ਕਰ ਸਕਦਾ? ਭਾਈ ਮਨੀ ਸਿੰਘ, ਭਾਈ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਤਾਂ ਅਸੀਂ ਬਰਾਬਰੀ ਕਦੀ ਕਰ ਹੀ ਨਹੀਂ ਸਕਦੇ, ਇਸ ਕਰਕੇ ਉਹਨਾਂ ਦਾ ਨਾਮ ਆਪਾਂ ਨਹੀਂ ਯੂਜ਼ ਕਰ ਰਹੇ। ਉਹਨਾਂ ਦੇ ਬਰਾਬਰ ਦੀ ਗੱਲ ਕਰਨੀ ਤਾਂ ਬੜੀ ਉਹ ਹੈ, ਕਿਉਂਕਿ ਜੀਵਨ ਲਗਾ ਦਿੱਤਾ ਗਿਆ, ਤਿਨਕਾ ਮਾਤਰ ਵੀ ਭੇਦਭਾਵ ਨਹੀਂ ਕੀਤਾ ਕਿਸੇ 'ਚ। ਸਾਡੇ ਤਾਂ ਫਿਰ ਵੀ ਭੇਦਭਾਵ ਮਾੜਾ ਮੋਟਾ ਆਇਆ ਜਾਂਦਾ ਵੀ ਆ ਮੇਰਾ ਹਾ ਤੇਰਾ। ਆਪਾਂ ਜੇ ਭਗਤ ਸਿੱਖਾਂ ਦੀ ਗੱਲ ਵੀ ਕਰੀਏ ਤਾਂ ਦੇਖੋ ਉਹਨਾਂ ਦੀ ਵਡਿਆਈ ਸੱਚੀ ਹੁੰਦੀ ਹੈ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਜੀ, ਕਿੰਨੇ ਬੇਅੰਤ ਸਿੱਖ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ,
ਆਪ ਜਿਹਨਾਂ ਦੀ ਗੱਲ ਕਰੀਏ ਆਪਾਂ, ਭਗਤ ਪੂਰਨ ਸਿੰਘ ਜੀ ਵਰਗੇ ਜਾਂ ਈਡੀ ਜੀ ਹੋਏ ਨੇ ਪਾਕਿਸਤਾਨ ਦੇ ਵਿੱਚ, ਠੀਕ ਹੈ ਨਾ। ਤਾਂ ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਤਾਂ ਉਹਨਾਂ ਦੀ ਕੋਈ ਝੂਠੀ ਵਡਿਆਈ ਨਹੀਂ ਹੁੰਦੀ, ਉਹ ਸੱਚੀ ਵਡਿਆਈ ਹੁੰਦੀ ਆ। ਭਾਵ ਉਹਨਾਂ ਦੀ ਵਡਿਆਈ ਦੇ ਵਿੱਚ ਕੋਈ ਮਿਲਾਵਟ ਕਰ ਹੀ ਨਹੀਂ ਸਕਦਾ। ਗੁਰ ਕਿਰਪਾ ਤੇ ਸੱਚ ਪਾਵਨਿਆ, ਪਰ ਇਹ ਸੱਚ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਦੁਆਰਾ ਹੀ ਹੁੰਦੀ ਹੈ। ਜਦੋਂ ਗੁਰੂ ਦੀ ਗੱਲਾਂ ਨੂੰ ਮੰਨੀ ਜਾਂਦੇ ਆ ਤਾਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਸਿੱਖਿਆ ਦੁਆਰਾ ਹੀ ਸਾਨੂੰ ਪ੍ਰਾਪਤੀ ਹੁੰਦੀ ਹੈ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਜਦੋਂ ਸਤਿਗੁਰ ਸਾਡੇ ਤੇ ਤੁੱਠ ਜਾਂਦੇ ਨੇ, ਸਾਡੇ ਤੇ ਤਰਸ ਆ ਜਾਂਦਾ ਸਤਿਗੁਰੂ ਨੂੰ। ਭਾਉ ਭੋਜਨ, ਇਹ ਜਿਹੜਾ ਪ੍ਰੇਮ ਵਾਲਾ ਭੋਜਨ ਹੈ, ਪ੍ਰੇਮ ਵਾਲਾ ਭੋਜਨ ਹੈ, ਜਿਹਨੂੰ ਅਸੀਂ ਅਦਬ ਵਾਲਾ ਡਰ ਕਹਿੰਦੇ ਹਾਂ, ਉਹ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ। ਅਸੀਂ ਉਹ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਾਂ। ਇਹ ਨਹੀਂ ਕਿ ਜਿਵੇਂ ਭਾਈ ਕਿਤਾਬ ਸਾਹਮਣੇ ਚੱਕ ਲਈ, ਉਹ ਝੂਠ ਹੈ। ਜਦੋਂ ਤੁਸੀਂ ਚਲੇ ਜਾਵੋ ਫਿਰ ਵੀ ਬੱਚੇ ਨੂੰ ਉਹ ਗੱਲ ਯਾਦ ਰਹੇ ਕਿ ਮੈਨੇ ਕੀ ਕਰਨਾ ਹੈ, ਉਹ ਸੱਚਾ ਪ੍ਰੇਮ ਹੈ। ਜੋ ਤੁਹਾਡੀ ਬੈਕ 'ਤੇ ਬੰਦਾ ਕਰਦਾ ਹੈ ਨਾ, ਉਹ ਸੱਚ ਹੈ, ਵੀ ਉਹ ਅਸਲ ਉਹ ਸੱਚਾਈ ਹੁੰਦੀ ਹੈ ਉਹਦੇ ਬੰਦੇ ਦੀ। ਚਾਹੇ ਉਹ ਠੱਗੀ ਮਾਰ ਰਿਹਾ, ਚਾਹੇ ਉਹ ਕੁਛ ਕੰਮ ਕਰ ਰਿਹਾ, ਠੀਕ ਕੰਮ ਕਰ ਰਿਹਾ, ਮਤਲਬ ਉਹ ਸੱਚੀ ਗੱਲ ਹੁੰਦੀ ਹੈ। ਵੀ ਅਸਲ 'ਚ ਉਹਦਾ ਅਸਲ ਉਹ ਹੈ। ਅਸਲ ਸਾਹਮਣੇ ਤਾਂ ਆਪਾਂ ਦਿਖਾਵਾ ਵੀ ਕਰ ਸਕਦੇ ਹਾਂ ਨਾ, ਤਾਂ ਦਿਖਾਵੇ ਤੋਂ ਬਚੋ, ਉਹ ਝੂਠ ਹੁੰਦਾ। ਝੂਠ ਗੁਰੂ ਨੂੰ ਕਦੇ ਪਸੰਦ ਨਹੀਂ ਆਉਂਦਾ। ਸੱਚ ਦਿਓ, ਵੀ ਪਿੱਠ ਪਿੱਛੋਂ ਵੀ ਤੁਸੀਂ ਕੀ ਸੋਚਦੇ ਹੋ ਕਿਸੇ ਪ੍ਰਤੀ, ਉਹ ਸੱਚ ਹੈ। ਅੰਨ ਰਸ ਚੂਕੈ, ਫਿਰ ਜਿਹੜੇ ਹੋਰ ਰਸਾਂ ਦੇ ਸਵਾਦ ਨੇ ਨਾ ਉਹ ਖਤਮ ਹੋ ਜਾਂਦੇ ਨੇ। ਅੰਨ ਰਸ, ਜਿਹੜੇ ਹੋਰ ਸਵਾਦ ਨੇ ਉਹ ਖਤਮ ਹੋ ਜਾਂਦੇ ਨੇ। ਹਰ ਰਸ ਮਨ ਵਸਾਏ, ਜਦੋਂ ਹਰੀ ਦਾ ਰਸ ਮਨ ਵਿੱਚ ਵਸ ਜਾਂਦਾ ਹੈ, ਜਦੋਂ ਪਰਮਾਤਮਾ ਦਾ ਰਸ ਸਾਡੇ ਮਨ ਵਿੱਚ ਵਸ ਜਾਂਦਾ ਹੈ, ਤਾਂ ਹੋਰ ਰਸ ਸਾਡੇ ਖਤਮ ਹੋ ਜਾਂਦੇ ਹਨ। ਭਾਵ ਅਸੀਂ ਹੋਰ ਰਸਾਂ ਦੇ ਚੱਕਰ ਵਿੱਚ ਨਹੀਂ ਪੈਂਦੇ। ਸੱਚ ਸੰਤੋਖ ਸਹਿਜ ਸੁਖ ਬਾਣੀ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਨਿਆ, ਜਿਹੜੀ ਪੂਰੇ ਗੁਰੂ ਤੋਂ ਸਾਨੂੰ ਬਾਣੀ ਪ੍ਰਾਪਤ ਹੁੰਦੀ ਹੈ ਨਾ, ਸ਼ਬਦ ਪ੍ਰਾਪਤ ਹੁੰਦਾ, ਸਿੱਖਿਆ ਪ੍ਰਾਪਤ ਹੁੰਦੀ ਹੈ, ਉਹ ਸਾਨੂੰ ਸੱਚ ਦਾ ਰਾਹ ਦਿਖਾਉਂਦੀ ਹੈ, ਸੰਤੋਖ ਦਾ ਰਾਹ ਦਿਖਾਉਂਦੀ ਹੈ, ਸਹਿਜ ਲੈ ਕੇ ਆਉਂਦੀ ਹੈ, ਸੁੱਖ ਲੈ ਕੇ ਆਉਂਦੀ ਹੈ। ਜਦੋਂ ਅਸੀਂ ਉਸ 'ਤੇ ਚੱਲਾਂਗੇ ਜੀਵਨ ਨੂੰ ਬਦਲਾਂਗੇ। ਫਿਰ ਤੱਤੀ ਤਵੀ ਵੀ ਸਾਨੂੰ ਬਦਲ ਨਹੀਂ ਸਕਦੀ, ਸਾਡੇ ਮਨਾਂ 'ਤੇ ਪ੍ਰਭਾਵ ਨਹੀਂ ਪਾ ਸਕਦੀ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਗੁਰੂ ਜੀ ਕਹਿੰਦੇ ਉਹ ਮੂਰਖਾ ਅੰਨਿਆ ਗਵਾਰਾ, ਤੂੰ ਕਿਉਂ ਨਹੀਂ ਸਤਿਗੁਰੂ ਨੂੰ ਸੇਵਦਾ। ਭਾਵ ਸੱਤ ਦੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜੀਂਦਾ, ਸੱਚੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜੀਂਦਾ, ਉਹ ਮੂਰਖ ਗਵਾਰਾ, ਤੂੰ ਕਿਉਂ ਨਹੀਂ ਸੱਚ ਦੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜੀਂਦਾ। ਸਭ ਨਾ ਧੋਲੇ ਬੇਟਾ ਤੁਸੀਂ। ਬਾਰ ਸਿੰਘ ਤੇ ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ, ਕਹਿੰਦੇ ਜਿਹੜੇ ਵਿਅਕਤੀ, ਜਿਹੜੇ ਮੂਰਖ ਅੰਨੇ ਗਵਾਰ ਸੱਤ ਦੇ ਗਿਆਨ ਨੂੰ ਨਹੀਂ ਸਮਝਦੇ, ਸੱਚੇ ਗਿਆਨ ਨੂੰ ਨਹੀਂ ਸਮਝਦੇ, ਕਹਿੰਦੇ ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰ, ਉਹ ਫਿਰ ਕਿਵੇਂ ਮੁਕਤੀ ਦਾ ਦੁਆਰ ਪ੍ਰਾਪਤ ਕਰ ਸਕਦੇ ਨੇ। ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੁੰਦੀ। ਇਹ ਵਹਿਮ ਗੁਰੂ ਜੀ ਸਾਡਾ ਬਾਰ ਕੱਢਿਆ। ਕਈ ਵਾਰ ਤਾਂ ਹੈਰਾਨੀ ਹੁੰਦੀ ਹੈ, ਆਪਾਂ ਡਿਸਕਸ ਕਰਦੇ ਹਾਂ। ਦੇਖੋ ਹੁਣ ਕੱਲ੍ਹ ਜਿੱਥੇ ਵੀ ਆਪਾਂ ਗਏ, ਸੰਸਕਾਰ ਹੋਇਆ, ਜਿੱਥੇ ਵੀ ਗਏ, ਕੋਈ ਕੰਮ ਨਹੀਂ ਛੱਡਿਆ। ਨਾ ਤਾਂ ਦੇਖੋ ਕਾਮਰੇਡ ਦੀ ਆਪਾਂ ਗੱਲ ਕਰਦੇ ਹਾਂ, ਉਹ ਨਾਅਰੇ ਲੱਗੇ, ਠੀਕ ਹੈ ਜੀ, ਨਾਲੇ ਪੁਜਾਰੀਵਾਦ ਦਾ ਪੂਰਾ ਬੋਲਬਾਲਾ ਸੀ, ਕੋਈ ਚੀਜ਼ ਨਹੀਂ ਛੱਡੀ। ਪਤਾ ਨਹੀਂ ਕੀ ਸੀ, ਕੁਝ ਸਮਝ ਤੋਂ ਬਾਹਰ ਦੀਆਂ ਗੱਲਾਂ ਸੀਗੀਆਂ। ਨਾਲੇ ਅਰਦਾਸ ਵੀ ਕਰ ਰਿਹਾ ਸੀ ਬਾਬਾ ਉੱਥੇ। ਹੁਣ ਸਾਡੇ ਗ੍ਰੰਥੀ ਨੇ, ਜੋ ਸਾਡੇ ਬਾਬੇ ਨੇ, ਜਿਹੜੇ ਗੁਰਦੁਆਰਾ ਜਾ ਕੇ ਅਰਦਾਸ ਕਰਦੇ ਨੇ, ਕੀ ਉਹ ਵਿਰੋਧ ਨਹੀਂ ਕਰ ਸਕਦੇ ਵੀ ਅਸੀਂ ਨਹੀਂ ਅਰਦਾਸ ਕਰ ਸਕਦੇ ਜੀ ਇਹ ਗਲਤ ਚੀਜ਼ਾਂ ਦੀ। ਤੁਸੀਂ ਤਾਂ ਇੰਨਾ ਕੁਛ ਕਰੀ ਜਾਂਦੇ ਹੋ, ਜਦ ਇੱਕ ਪਾਸੇ ਵਿਸ਼ਵਾਸ ਰੱਖੋ ਤਾਂ ਮੈਂ ਅਰਦਾਸ ਕਰਾਂ। ਇਹ ਅਰਦਾਸਾਂ ਕਿੱਥੋਂ ਪ੍ਰਵਾਨ ਹੋਣਗੀਆਂ? ਪਰ ਉਹ ਵੀ ਨਹੀਂ ਦੱਸਦੇ ਹੈਗੇ, ਉਹ ਵੀ ਨਹੀਂ ਕੁਛ ਕਹਿੰਦੇ ਹੈਗੇ। ਮਤਲਬ ਇੰਨੀ ਕਨਫਿਊਜ਼ਨ ਵਾਲੀ ਲੋਕ ਜ਼ਿੰਦਗੀ ਜੀ ਰਹੇ ਨੇ। ਠੀਕ ਹੈ ਜੀ, ਤਾਂ ਕੋਸ਼ਿਸ਼ ਕਰੋ
ਆਪਾਂ ਆਪਣੀ ਦੇਖੋ ਹਰ ਗੱਲ ਤੇ ਪੱਕੇ ਰਹੋ। ਕੋਈ ਆ ਕੇ ਬਾਹਰੋਂ ਕੁਝ ਵੀ ਕਹਿੰਦਾ ਕਿਸੇ ਦੀ ਨਹੀਂ ਸੁਣਨੀ, ਪਰ ਕਿਸੇ ਨਾਲ ਖਿਜਣਾ ਵੀ ਨਹੀਂ, ਪਿਆਰ ਨਾਲ ਸਮਝਾਉਣਾ ਵੀ ਸੱਚ ਤਾਂ ਗੁਰੂ ਦੇ ਅਨੁਸਾਰ ਆਪਣਾ ਜੀਵਨ ਜੀਣਾ। ਇਹ ਨਹੀਂ ਕਿ ਡੈਥ ਹੋ ਗਈ ਬੰਦੇ ਨੂੰ ਜਾ ਕੇ ਨੀਚੇ ਪਾ ਦਿਓ। ਗੁਰੂ ਜੀ ਨੇ ਕਿਹਾ ਜੇ ਮੰਜੇ ਤੇ ਨੇ ਮੰਜੇ 'ਤੇ ਪਿਆ, ਨੀਚੇ ਪਿਆ ਨੀਚੇ ਪਿਆ। ਠੀਕ ਹੈ ਜੀ। ਇਹ ਵੀ ਨਹੀਂ ਸੋਚਣਾ ਕਿ ਜਦੋਂ ਕੋਈ ਲੋਕ ਆਉਣਗੇ ਉਦੋਂ ਹੀ ਆਪਣੇ ਬੋਡੀ ਨੂੰ ਨਹਾਉਣਾ। ਜੇ ਆਪਾਂ ਨੂੰ ਲੱਗਦਾ ਉਸ ਵਿਅਕਤੀ ਜੋ ਜਾ ਰਿਹਾ ਹੈ ਉਹਦੇ, ਜਿਵੇਂ ਆਪਾਂ ਕਹਿੰਦੇ ਹਾਂ ਕੋਈ ਬਾਥਰੂਮ ਟਾਇਲਟ ਨਿਕਲਿਆ ਹੋਇਆ ਹੈ, ਠੀਕ ਹੈ ਜੀ, ਇਹ ਨਹੀਂ ਕਿ ਲੋਕਾਂ ਦਾ ਇੰਤਜ਼ਾਰ ਕਰਨਾ ਹੈ। ਤੁਸੀਂ ਪਹਿਲੇ ਹੀ ਇਸ਼ਨਾਨ ਕਰਾ ਕੇ ਉਹਨੂੰ ਦੁਬਾਰਾ ਉੱਥੇ ਪਾ ਦਿਓ। ਜੇ ਘਰ 'ਚ 2 ਬੰਦੇ ਹੋ, 3 ਬੰਦੇ ਹੋ, 4 ਬੰਦੇ ਹੋ, ਇਹ ਨਹੀਂ ਕਿ ਲੋਕ ਆ ਕੇ ਨਹਾਉਣਗੇ ਜਿਵੇਂ ਆਪਾਂ ਚੱਕਰ 'ਚ ਪਏ ਹੋਏ ਹਾਂ। ਅਗਰ ਸਰੀਰ ਗੰਦਾ ਹੋਇਆ ਹੋਇਆ ਆਪਾਂ ਨਾਲ ਦੀ ਨਾਲ ਇਸ਼ਨਾਨ ਕਰਾ ਕੇ ਕੱਪੜੇ ਜੋ ਘਰ 'ਚ ਹੈਗੇ ਨੇ ਉਹ ਚੇਂਜ ਕਰਕੇ ਆਪਾਂ ਨਾਲ ਦੀ ਨਾਲ ਦੁਬਾਰਾ ਉੱਥੇ ਰੱਖ ਸਕਦੇ ਹਾਂ ਬੋਡੀ ਨੂੰ। ਮਤਲਬ ਕਿਸੇ ਚੱਕਰ 'ਚ ਨਹੀਂ ਪੈਣਾ। ਇਹ ਪੱਕਾ ਰੱਖੋ ਹਰ ਇੱਕ ਚੀਜ਼ ਦੇ ਉੱਪਰ, ਕਿਉਂਕਿ ਕਿਹਨੇ ਪਹਿਲਾਂ ਜਾਣਾ ਕਿਹਨੇ ਬਾਅਦ ਜਾਣਾ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਜੇ ਪਰਿਵਾਰ ਦੇ ਸਾਰੇ ਮੈਂਬਰ ਪੱਕੇ ਹੋਣਗੇ ਚੱਲੋ। ਇਹ ਨਹੀਂ ਸੋਚਣਾ ਕਿ ਭਈ ਕੁੜੀ ਵਾਲੇ ਉਹ ਲੈ ਕੇ ਆਉਣਗੇ, ਸਮਾਨ ਲੈ ਕੇ ਆਉਣਗੇ, ਇਹ ਬਹੂ ਵਾਲੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਪਿਆਰ ਨਾਲ ਕਹਿਣਾ ਵੀ ਕਿਸੇ ਦੇ ਅਸੀਂ ਵਜ਼ਨ ਨਹੀਂ ਪਾਉਣਾ। ਸਾਡੇ ਗੁਰੂ ਨੇ ਇਹ ਵਜ਼ਨ ਤਾਂ ਘਟਾਏ ਸੀਗੇ। ਠੀਕ ਹੈ ਜੀ। ਸਿੰਪਲ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਕਰਨਾ ਹੈਗਾ। ਠੀਕ ਹੈ ਜੀ। ਸਿਰਫ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਕੋਈ ਅਰਦਾਸ ਨਹੀਂ ਕਿ ਮਰੇ ਹੋਏ ਬੰਦੇ ਸਾਹਮਣੇ ਆਪਾਂ ਅਰਦਾਸ ਕਰੀ ਜਾਂਦੇ, ਕਿ ਮੜੀ ਤੇ ਮਰੇ ਹੋਏ ਬੰਦੇ 'ਚ ਫਰਕ ਕੀ ਰਹਿ ਗਿਆ। ਅਸੀਂ ਅਰਦਾਸ ਕਰਕੇ ਕਹੀ ਜਾਂਦੇ ਇਹਨੂੰ ਸੱਚਖੰਡ ਮਿਲ ਜਾਵੇ। ਅਸੀਂ ਅਰਦਾਸ ਇਹ ਕਰਨੀ ਹੈ ਵੀ ਜੋ ਉਹ ਵੀ ਸਭ ਤੋਂ ਐਂਡ ਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੀਏ। ਅਸੀਂ ਵਾਹਿਗੁਰੂ ਵਾਹਿਗੁਰੂ ਕਰੋ, ਚੱਕਣ ਲੱਗੇ ਅਰਦਾਸ ਦੇ ਚੱਕਰ 'ਚ ਨਹੀਂ ਪੈਣਾ। ਉੱਥੇ ਸ਼ਮਸ਼ਾਨ ਘਾਟ ਜਾ ਕੇ ਅਰਦਾਸ ਦੇ ਚੱਕਰ 'ਚ ਨਹੀਂ ਪੈਣਾ। ਠੀਕ ਹੈ ਜੀ। ਸਿਰਫ ਵਾਹਿਗੁਰੂ ਦਾ ਜਾਪ ਕਰੀ ਚੱਲੋ। ਹਰ ਇੱਕ ਵਿਅਕਤੀ ਇਸ 'ਚ ਲੱਗਿਆ ਰਵੇ ਆਪਾਂ। ਠੀਕ ਹੈ ਜੀ। ਫਿਰ ਸਿੱਧੇ ਗੁਰੂ ਘਰ ਜਾਈਏ। ਗੁਰੂ ਘਰ ਜਾ ਕੇ ਉੱਥੇ ਪਾਠ ਜਪਜੀ ਸਾਹਿਬ ਦਾ ਕਰਨਾ ਹੈ। ਕਿਸੇ ਵੀ ਤਰੀਕੇ ਦਾ ਪਾਠ ਆਪਾਂ ਕਰਨਾ ਹੈ, ਉਹ ਵੀ ਸੰਗਤ ਲਈ, ਮਰੇ ਹੋਏ ਵਾਸਤੇ ਨਹੀਂ। ਮਰਿਆ ਹੋਇਆ ਤਾਂ ਜੋ ਕੰਮ ਕਰ ਗਿਆ, ਜੋ ਆਪਣਾ ਜੀਵਨ ਜੀ ਗਿਆ, ਬਸ ਉਹਦਾ ਤਾਂ ਹਿਸਾਬ ਤਾਂ ਉੱਦਾਂ ਹੀ ਹੋਣਾ ਹੈ। ਠੀਕ ਹੈ ਜੀ। ਉਹ ਇੱਥੇ ਵੀ ਹਿਸਾਬ ਤਾਂ ਕਰ ਗਿਆ, ਅੱਗੇ ਵੀ ਹੋਣਾ ਹੈ। ਦੇਖੋ ਅੱਗੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ। ਠੀਕ ਹੈ ਜੀ। ਪਰ ਉਰੇ ਉਹ ਜਿਹੋ ਜਿਹਾ ਜੀਵਨ ਜੀ ਗਿਆ, ਚੰਗਾ ਮਾੜਾ ਬਸ ਉਹੀ ਉਹਦਾ ਜੀਵਨ ਬਣ ਗਿਆ। ਗੁਰੂ ਘਰ ਜਾ ਕੇ ਵੀ ਅਰਦਾਸ ਅਸੀਂ ਇਹ ਕਰੀਏ ਕਿ ਪ੍ਰਮਾਤਮਾ ਸਾਡੇ ਅੰਦਰ ਵੀ ਇਹ ਡਰ ਪੈਦਾ ਹੋਵੇ ਵੀ ਅਸੀਂ ਇੱਕ ਦਿਨ ਚਲੇ ਜਾਣਾ ਹੈ। ਨਾ ਕਿ ਮਰੇ ਹੋਏ ਦੀ ਅਰਦਾਸ ਕਰੀਏ ਅਸੀਂ ਵੀ ਉਹਨੂੰ ਸੱਚਖੰਡ ਮਿਲ ਜਾਵੇ ਜਾਂ ਹੋਰ ਪਾਸੇ। ਇਹੀ ਅਰਦਾਸ ਕਰੀਏ ਕਿ ਅਸੀਂ, ਸਾਡੀਆਂ ਅੱਖਾਂ ਸਾਹਮਣੇ ਸਾਡੇ ਪਰਿਵਾਰ ਦੇ ਮੈਂਬਰ ਜਾ ਰਹੇ ਨੇ, ਸਾਨੂੰ ਇਹ ਬੁੱਧੀ ਪ੍ਰਾਪਤ ਹੋਵੇ ਸਾਨੂੰ ਇਹ ਬੁੱਧੀ ਪ੍ਰਾਪਤ ਹੋਵੇ ਕਿ ਅਸੀਂ ਆਪਣਾ ਇਹ ਰਹਿੰਦਾ ਜੀਵਨ ਸਾਡਾ ਇਹ ਰਹਿੰਦਾ ਜੀਵਨ ਅਸੀਂ ਗੁਰਬਾਣੀ ਅਨੁਸਾਰ ਸਿੱਖ ਕੇ ਹੀ ਪੂਰਾ ਕਰੀਏ। ਮਤਲਬ ਇਹ ਅਸੀਂ ਅਰਦਾਸ ਇਸ ਤਰੀਕੇ ਦੀ ਕਰੀਏ। ਠੀਕ ਹੈ ਜੀ। ਇਹ ਚੀਜ਼ਾਂ ਨੂੰ ਆਪਾਂ ਦ੍ਰਿੜਤਾ ਨਾਲ ਪਹਿਲਾਂ ਰੱਖਾਂਗੇ ਨਾ, ਤਾਂ ਇਹ ਚੀਜ਼ਾਂ ਉਹ ਹੋਣਗੀਆਂ। ਨਹੀਂ ਬਾਅਦ 'ਚ ਫਿਰ ਬੜੇ ਲੋਕ ਪੁਜਾਰੀਵਾਦ ਵਾਲਿਆਂ ਨੇ ਐ ਨਹੀਂ ਜੀ ਐਂ ਕਰ ਲਓ, ਇੱਧਰ ਨੂੰ ਮੂੰਹ ਫਲਾਣੇ ਪਾਸੇ ਨੂੰ ਫਲਾਣਾ ਕਰ ਲਓ, ਟੰਗਾਣਾ, ਮਤਲਬ ਕਿਸੇ ਚੱਕਰ 'ਚ ਪੈਣਾ ਹੀ ਨਹੀਂ ਹੈ। ਅਸੀਂ ਜੀਂਦੇ ਜੀ ਆਪਣੇ ਆਪ ਨੂੰ ਗੁਰੂ ਨਾਲ ਜੋੜ ਕੇ ਚੰਗੇ ਕੰਮ ਕਰੀਏ ਬਸ। ਠੀਕ ਹੈ ਜੀ। ਕਹਿੰਦੇ ਮਰ ਮਰ ਜੰਮੈ ਫਿਰ ਆਵ ਹੈ। ਕਹਿੰਦੇ ਉਹ ਮਾਰ ਉਹਦੀ ਆਤਮਾ ਜੰਮਦੀ ਹੈ, ਵਾਰ-ਵਾਰ ਮਰਦੀ ਹੈ। ਵਾਰ-ਵਾਰ ਉਹ ਸੰਸਾਰ ਦੇ ਵੀ ਦੇਖੋ ਜਿਹੜੇ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਉਹ ਮਨਾਂ ਦੇ ਵਿੱਚ ਕਲੇਸ਼ ਬਣੀ ਰਹਿੰਦੇ ਨੇ, ਮਨ ਦੁਖੀ ਹੀ ਬਣੇ ਰਹਿੰਦੇ ਨੇ ਹਮੇਸ਼ਾ। ਠੀਕ ਹੈ ਜੀ। ਪੈਸਾ ਆਉਂਦਾ ਖੁਸ਼ ਹੋ ਜਾਂਦੇ ਆਪਾਂ, ਦੇਖੋ ਜਾਂਦਾ ਦੁਖੀ ਹੋ ਜਾਂਦੇ ਆ। ਇਹ ਵਾਰ-ਵਾਰ ਜੰਮਣਾ ਮਰਨਾ ਹੀ ਹੈ ਨਾ। ਜੰਮਦਰ ਚੋਟਾਂ ਖਾਵਣਿਆ, ਫਿਰ ਵਿਕਾਰਾਂ ਵਾਲੇ ਰਸਤੇ 'ਤੇ ਚੱਲ ਕੇ ਚੋਟਾਂ ਖਾਈ ਜਾਂਦੇ ਸਾਰੀ ਉਮਰ। ਗੰਦਗੀ ਵਾਲੇ ਰਸਤਿਆਂ 'ਚ ਚੱਲ ਕੇ ਅਸੀਂ ਦੁੱਖ ਸਹਾਰਦੇ ਹਾਂ। ਸ਼ਬਦ ਹੈ ਸਾਧ ਜਾਨ ਹੈ ਤਾਂ ਆਪ ਪਛਾਣ ਹੈ। ਕਹਿੰਦੇ ਗੁਰੂ ਜੀ ਕਹਿੰਦੇ ਜੇ ਤੂੰ ਸ਼ਬਦ ਦੇ ਦੁਆਰਾ, ਸ਼ਬਦ ਹੈ ਸਾਧ ਜਾਨ ਹੈ। ਗੁਰੂ ਜੀ ਕਹਿੰਦੇ ਜੇ ਸ਼ਬਦ ਦੇ ਦੁਆਰਾ ਤੂੰ, ਸ਼ਬਦ ਦਾ ਜਿਹੜਾ ਸਵਾਦ ਹੈ ਜਾਂ ਸ਼ਬਦ ਦੇ ਦੁਆਰਾ ਤੂੰ ਆਪਣੇ ਆਪ ਨੂੰ ਪਹਿਚਾਣੇਗਾ। ਸ਼ਬਦ ਹੈ ਸਾਧ ਜਾਨ ਹੈ ਤਾਂ ਆਪ ਪਛਾਣ ਹੈ। ਜਦੋਂ ਤੈਨੂੰ ਸ਼ਬਦ ਦਾ ਸਵਾਦ ਆਊਗਾ, ਸ਼ਬਦ ਦੇ ਵਿੱਚ ਤੂੰ ਬਾਰ-ਬਾਰ ਬੈਠ ਕੇ ਗੁਰਬਾਣੀ ਪੜ੍ਹੇਂਗਾ, ਫਿਰ ਤੈਨੂੰ ਆਪਣੇ ਆਪ ਦੀ ਪਹਿਚਾਣ ਹੋਊਗੀ। ਕੀ ਹੋਊਗੀ? ਆਪਣੇ ਆਪ ਦੀ ਪਹਿਚਾਣ ਹੋਊਗੀ। ਨਿਰਮਲ ਬਾਣੀ ਸ਼ਬਦ ਬਖਾਨ ਹੈ। ਜਿਹੜੀ ਇਹ ਨਿਰਮਲ ਬਾਣੀ ਹੈ ਨਾ, ਸੱਚੀ ਬਾਣੀ ਹੈ, ਇਹ ਸ਼ਬਦ ਦੁਆਰਾ ਹੀ ਇਸ ਦਾ ਸਮਝ ਪੈ ਸਕਦੀ ਹੈ, ਇਸ ਦਾ ਵਿਖਿਆਨ ਹੋ ਸਕਦਾ ਹੈ। ਕਿਉਂਕਿ ਸ਼ਬਦ ਦੁਆਰਾ ਹੀ ਆਪਾਂ ਚੀਜ਼ਾਂ ਨੂੰ ਪੜ੍ਹ ਸਕਦੇ ਹਾਂ ਨਾ, ਸਿੱਖ ਸਕਦੇ ਹਾਂ। ਤਾਂ ਸ਼ਬਦ ਦੁਆਰਾ ਹੀ ਇਹ ਸਮਝ ਪੈਂਦੀ ਹੈ ਸਾਨੂੰ। ਸੱਚੇ ਸੇਵ ਸਦਾ ਸੁਖ ਪਾਇਨ। ਸੱਚੇ ਸੇਵ, ਜੋ ਸੱਚ ਦੀ ਸੇਵਾ ਕਰਦੇ ਹਾਂ,
ਸੱਚ ਅਨੁਸਾਰ ਜੀਵਨ ਜੀਨੇ ਹਾਂ, ਸਦਾ ਸੁਖ ਪਾਏ, ਸਦਾ ਹੀ ਸੁਖ ਪ੍ਰਾਪਤ ਹੁੰਦੇ ਨੇ। ਤਾਂ ਅਸੀਂ ਵੀ ਆਪਣਾ ਜੀਵਨ ਸੱਚਾ ਸੁੱਚਾ ਬਣਾਈਏ, ਝੂਠੀ ਜ਼ਿੰਦਗੀ ਤੋਂ ਬਾਹਰ ਨਿਕਲੀਏ। ਨੌ ਨਿਧ ਨਾਮ ਮਨ ਵਸਾਵਨਿਆ, ਜਿਹੜਾ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਸਾਰੇ ਖਜ਼ਾਨਿਆਂ ਦਾ ਮੇਨ ਭੰਡਾਰ ਹੈ ਪਰਮਾਤਮਾ ਦਾ ਨਾਮ, ਉਹਨੂੰ ਅਸੀਂ ਆਪਣੇ ਮਨ 'ਚ ਵਸਾਈਏ। ਹੋਰ ਚੱਕਰਾਂ 'ਚ ਨਾ ਪਈਏ, ਵਹਿਮਾਂ ਭਰਮਾਂ ਦੇ ਵਿੱਚ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਕਹਿੰਦੇ ਜਿਸ ਵਿਅਕਤੀ ਦੇ ਮਨ ਵਿੱਚ ਹਰੀ ਪਰਮਾਤਮਾ ਭਾ ਗਿਆ, ਜਿਸ ਮਨ ਨੂੰ, ਜੇ ਮੇਰੇ ਮਨ ਨੂੰ ਆਪਾਂ ਗੱਲ ਕਰਦੇ ਹਾਂ, ਜਦੋਂ ਮੇਰੇ ਮਨ ਦੇ ਅੰਦਰ ਉਹ ਪਰਮਾਤਮਾ ਮੈਨੂੰ ਵਧੀਆ ਲੱਗਣ ਲੱਗ ਗਿਆ, ਕਹਿੰਦੇ ਸੋ ਥਾਨ ਸੁਹਾਇਆ, ਉਹ ਥਾਨ ਸੁਹਾਵਾ ਬਣ ਜਾਂਦਾ ਹੈ, ਉਹ ਸਰੀਰ ਸੁਹਾਵਾ ਬਣ ਜਾਂਦਾ ਹੈ। ਘਰ ਦੀ ਗੱਲ ਨਹੀਂ ਕੀਤੀ, ਇੱਟਾਂ ਨੇ ਸੁਹਾਵੇ ਨਹੀਂ ਬਣਨਾ, ਕੰਧਾਂ ਨੇ ਸੁਹਾਵੇ ਨਹੀਂ ਬਣਨਾ, ਸਾਡੇ ਇਸ ਸਰੀਰ ਨੇ ਸੋਹਣਾ ਬਣ ਜਾਣਾ ਹੈ ਜਦੋਂ ਮਨ ਨੂੰ ਨਾਮ ਵਧੀਆ ਲੱਗਣ ਲੱਗ ਗਿਆ ਪਰਮਾਤਮਾ ਦਾ। ਸਤ ਸੰਗਤ ਬਹਿ, ਕਹਿੰਦੇ ਚੰਗੀ ਸੰਗਤ ਵਿੱਚ ਬਹਿ ਕੇ, ਚੰਗੀ ਸੰਗਤ ਵਿੱਚ ਬੈਠ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਚੰਗੀ ਸੰਗਤ ਕੀ ਹੈ ਜੀ? ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵਧੀਆ ਸੰਗਤ ਕਿਹੜੀ ਹੈ? ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ। ਜਿਵੇਂ ਜੇ ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਕਿ ਲੱਭਣ ਜਾਣ ਦੀ ਜਗ੍ਹਾ 'ਤੇ ਆਪਾਂ ਗੱਲ ਕਰੀਏ, ਸਤ ਸੰਗਤ ਕੀ ਹੈ? ਜੇ ਮੈਂ ਸਤ ਸੰਗਤ ਕਰਨੀ ਹੈ, ਮੈਂ ਕਰ ਰਿਹਾ ਮੈਂ ਸਤ ਸੰਗਤ ਕਰਨੀ ਹੈ, ਤਾਂ ਅੱਜ ਦੀ ਡੇਟ 'ਚ ਆਪਾਂ ਸੰਗਤ ਕਰਨੀ ਹੈ, ਕੀ ਕਰਾਂਗੇ ਆਪਾਂ? ਵੀ ਚੰਗੇ ਜਿਹੜੇ ਆਪਣੇ ਜਿਨ੍ਹਾਂ ਨਾਲ ਆਪਾਂ ਰਹਿੰਦੇ, ਉਹ ਚੰਗੀ ਸੰਗਤ ਵਿੱਚ ਹੋਣ। ਮੈਨੇ ਹੁਣੇ ਸਤ ਸੰਗਤ ਕਰਨੀ ਹੈ, ਮੈਂ ਕਹਿੰਦਾ ਮੈਂ ਸਤ ਸੰਗਤ ਕਰਕੇ ਮੈਂ ਹਰੀ ਦੇ ਗੁਣਾਂ ਨੂੰ ਗਾਵਾਂ, ਆਪਾਂ ਆਪਣੇ ਜੀਵਨ ਨੂੰ ਹਰੀ ਵਰਗਾ ਬਣਾ ਲਵਾਂ। ਦੇਖੋ ਗੁਰੂ ਗ੍ਰੰਥ ਸਾਹਿਬ ਜੀ, ਆਪਾਂ ਨੇ ਇੰਸਟੈਂਟਲੀ ਆਪਣਾ ਮਨ ਕਰਦਾ ਮੈਂ ਸਤ ਸੰਗਤ ਕਰਨੀ ਹੈ। ਕਿਹੜਾ ਵਧੀਆ ਕਿਹੜਾ ਘਟੀਆ ਅੱਜ ਦੇ ਸਮੇਂ 'ਚ ਬੜਾ ਮੁਸ਼ਕਿਲ ਹੈ ਪਹਿਚਾਨਣਾ, ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੇ ਹਾਜ਼ਰ ਨਾਜ਼ਰ ਹੈਗੇ ਨੇ ਨਾ, ਇਹਨਾਂ ਤੋਂ ਉੱਪਰ ਸਤ ਸੰਗਤ ਕਿਹੜੀ ਹੋ ਸਕਦੀ ਹੈ? ਮੇਰੇ ਮਨ ਦੀ ਇੱਛਾ ਪੈਦਾ ਹੋਈ ਕਿ ਮੈਂ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਬਦਲਣਾ ਹੈ। ਕਿ ਮੈਂ ਲੋਕਾਂ ਲਵੇ ਜਾ ਕੇ ਸਮਝ ਲਊਂਗਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜੂੰਗਾ ਸਿੱਧਾ? ਸਿੰਪਲ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸਟੀਕ ਬੜਾ ਸੋਹਣਾ ਹੈਗਾ, ਅਸੀਂ ਇੱਥੋਂ ਸਟਾਰਟ ਕਰੀਏ। ਦੇਖੋ ਸਟਾਰਟ ਕਰੀਏ, ਫਿਰ ਅੱਗੇ ਆਪਣੀ ਮਨ ਦੀ ਖੋਜ ਕਰੀਏ ਗੁਰੂ ਦੇ ਅਨੁਸਾਰ, ਜੀਵਨ 'ਚ ਬਦਲਾਅ ਸ਼ੁਰੂ ਹੋ ਜਾਊਗਾ। ਠੀਕ ਹੈ ਜੀ? ਕੋਈ ਔਖਾ ਸਤ ਸੰਗਤ ਅਸੀਂ ਕਰ ਸਕਦੇ ਹਾਂ ਘਰੇ ਬਹਿ ਕੇ ਵੀ, ਆਪਣੇ ਗੁਰੂ ਨਾਲ ਜੁੜ ਕੇ। ਫਿਰ ਉਹ ਸੰਗਤ ਦੀ ਅਸੀਂ ਆਪਣੇ ਪਰਿਵਾਰ 'ਚ ਬਹਿ ਕੇ ਵਿਚਾਰ ਵੀ ਸਟਾਰਟ ਕਰੀਏ, ਆਪਣੇ ਬੱਚਿਆਂ ਨਾਲ, ਆਪਣੇ ਮਾਂ-ਬਾਪ ਨਾਲ, ਆਪਣੇ ਭੈਣ ਭਾਈ ਨਾਲ ਕਰ ਸਕਦੇ ਹਾਂ ਨਾ ਆਪਾਂ। ਇਸ ਤੋਂ ਵਧੀਆ ਸੰਗਤ ਕੀ ਹੋ ਸਕਦੀ ਹੈ? ਪ੍ਰੋਫੈਸਰ ਸਾਹਿਬ ਸਿੰਘ ਦਾ ਜੋ ਸਟੀਕ ਨੇ, ਮੇਰੇ ਹਿਸਾਬ ਨਾਲ ਇਹਨਾਂ ਦੀ ਕੀਮਤ 2000 ਰੁਪਏ ਦੇ ਆਸ-ਪਾਸ ਹੈ ਅਪਰੋਕਸੀਮੇਟਲੀ, 10 ਭਾਗਾਂ 'ਚ ਨੇ। ਪਰ ਸਭ ਤੋਂ ਮੁਸ਼ਕਿਲ ਗੱਲ ਹੈ, ਸਭ ਤੋਂ ਔਖਾ ਸਾਨੂੰ ਇੱਥੇ ਪੈਸੇ ਖਰਚਣਾ ਲੱਗਦਾ ਹੈ। ਆਪਣੇ ਆਪ ਨੂੰ ਦੇਖ ਕੇ ਦੇਖੀਏ, ਅਸੀਂ ਦਵਾਈਆਂ 'ਤੇ, ਖਾਣ ਪੀਣ 'ਤੇ, ਨਸ਼ਿਆਂ 'ਤੇ, ਠੱਗੀਆਂ 'ਤੇ, ਮਤਲਬ ਜੇ ਅਸੀਂ ਪਾਰਟੀ ਕਰਨੀ ਹੋਵੇ ਉਹੀ 2-4 ਹਜ਼ਾਰ ਰੁਪਏ ਖਰਚ ਦਿੰਦੇ ਹਾਂ। ਪਰ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਸਟੀਕ ਲਿਆਉਣ ਦੀ ਗੱਲ ਕਰਦੇ ਹਾਂ, ਫਿਰ ਅਸੀਂ ਆਸ ਪਾ ਲੈਂਦੇ ਸਾਨੂੰ ਕੋਈ ਹੋਰ ਲਿਆ ਕੇ ਦੇ ਦੇਵੇ, ਸਾਨੂੰ ਕੋਈ ਹੋਰ ਲਿਆ ਕੇ ਦੇ ਦੇਵੇ। ਅਸੀਂ ਆਪਣੇ ਘਰ 'ਚ ਪੋਥੀ ਨਹੀਂ ਰੱਖਦੇ। ਜੇ ਇਹੀ ਪੋਥੀ ਰੱਖ ਕੇ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਪੁੱਤ ਰੋਜ਼ ਇੱਕ ਸ਼ਬਦ ਪੜ੍ਹ ਲਿਆ ਕਰ, ਬਸ ਇੱਕ ਸ਼ਬਦ। ਜੇ ਅਸੀਂ ਬੱਚਾ ਜਦੋਂ ਚੌਥੀ, ਤੀਜੀ, ਦੂਜੀ, ਚੌਥੀ ਤੋਂ ਪੰਜਾਬੀ ਪੜ੍ਹਨ ਲੱਗ ਜਾਂਦਾ, ਪਹਿਲਾਂ ਤਾਂ ਆਪ ਬਹਿ ਕੇ ਨਾਲ ਨਾਲ ਜਦੋਂ ਦੱਸੋ ਜਿੰਨਾ ਦੱਸ ਸਕਦੇ ਹੋ, ਪਰ ਉਹਨੂੰ ਪੜ੍ਹਨ ਦਿਓ ਆਪਣੇ ਹਿਸਾਬ ਨਾਲ ਵੀ। ਜਦੋਂ ਉਹ ਬੜਾ ਹੋਊਗਾ ਫਿਰ ਸਿੱਖੀ ਵੀ ਜਾਊਗਾ। ਜਦੋਂ ਵਾਰ-ਵਾਰ ਪੜ੍ਹੂਗਾ ਉਹਦੇ ਜੀਵਨ 'ਚ ਬਦਲਾਅ ਆ ਜਾਊਗਾ। ਅਸੀਂ ਘਰ ਘਰ ਸਹਿਜ ਪਾਠ, ਖਾਸ ਕਰ ਪ੍ਰੋਫੈਸਰ ਸਾਹਿਬ ਸਿੰਘ ਦੀ ਪੋਥੀ 'ਚੋਂ ਕਰਾਈਏ ਅਰਥਾਂ ਸਮੇਤ, ਜੀਵਨ 'ਚ ਬਦਲਾਅ ਕਿਵੇਂ ਨਹੀਂ ਆਉਣਗੇ? ਕਿਉਂਕਿ ਸਤ ਸੰਗਤ ਅਸੀਂ ਕਰ ਨਹੀਂ ਰਹੇ। ਸਤ ਸੰਗਤ ਉਹ ਹੈ ਜੀ ਸੱਚ ਦੀ ਗੱਲ ਕਰਦੀ ਹੈ। ਬਾਹਰ ਤਾਂ ਬੰਦੇ ਉੱਪਰੋਂ ਸੱਚੇ ਹੁੰਦੇ ਨੇ, ਅੰਦਰੋਂ ਝੂਠੇ ਹੁੰਦੇ ਨੇ। ਕਿਉਂਕਿ ਜਿੰਨੇ ਬਾਬੇ ਪੁਜਾਰੀ ਨੇ, ਦੇਖਣ ਤਾਂ ਸਾਰੇ ਸਤਸੰਗੀਓ ਲੱਗਦੇ ਨੇ ਨਾ, ਦੇਖਣ ਨੂੰ ਕਿੰਨੇ ਨੇ ਇਹ ਗਿਣਤੀ 'ਚ, ਕੋਈ ਘਾਟਾ ਨਹੀਂ ਗਿਣਤੀ ਦਾ, ਸਾਰੇ ਸਤਸੰਗੀ ਲੱਗਦੇ ਨੇ ਨਾ। ਪਰ ਸਾਡੇ ਪੰਜਾਬ ਦਾ ਬੇੜਾ ਗਰਕ ਕਿਉਂ ਹੋਈ ਜਾਂਦਾ? ਅੰਨੇ ਬਾਬੇ, ਅੰਨੇ ਪੁਜਾਰੀ, ਅੰਨੇ ਗੁਰਦੁਆਰੇ, ਮੰਦਰ, ਮਸੀਤਾਂ ਖੁੱਲ੍ਹੇ ਹੋਏ ਨੇ। ਲੋਕਾਂ 'ਚ ਨਫ਼ਰਤ ਕਿਉਂ ਪੈਦਾ ਹੋ ਰਹੀ ਹੈ? ਘਰਾਂ 'ਚ ਸੁੱਖ ਸ਼ਾਂਤੀ ਕਿਉਂ ਨਹੀਂ ਆ ਰਹੀ? ਮਨ ਸ਼ਾਂਤ ਕਿਉਂ ਨਹੀਂ ਹੋ ਰਹੇ? ਤਾਂ ਸਮਝੋ ਕਿ ਉਹ ਸਤ ਸੰਗਤ ਦਾ ਅਹਿਸਾਸ ਸਾਨੂੰ ਨਹੀਂ ਕਰਾ ਰਹੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਹੀ ਇੱਕ ਐਸੇ ਨੇ ਜੋ ਸਾਨੂੰ ਸਤ ਸੰਗਤ ਦੇ ਸਕਦੇ ਨੇ।
ਜੇ ਅਸੀਂ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਏ ਤਾਂ। ਜੇ ਗੱਲਾਂ ਮੱਥਾ ਟੇਕ ਕੇ ਫਾਰਮੈਲਿਟੀ ਕਰਨੀ ਹੈ, ਫਿਰ ਗੁਰੂ ਜੀ ਕਹਿੰਦੇ ਕੋਈ ਮਤਲਬ ਨਹੀਂ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਇਹ ਆਸਾ ਦੀ ਆਵਾਜ਼ ਕਹਿੰਦੇ ਨੇ ਗੁਰੂ ਜੀ। ਕਹਿੰਦੇ ਜਿਹੜਾ ਬੰਦਾ ਸਲਾਮ ਵੀ ਕਰੇ ਤੇ ਗੱਲ ਵੀ ਨਾ ਮੰਨੇ, ਕਹਿੰਦੇ ਉਹ ਸ਼ੁਰੂ ਤੋਂ ਹੀ ਬੇਦਖਲ ਹੈ। ਠੀਕ ਹੈ ਜੀ, ਚਲੋ ਆਪਾਂ ਧਿਆਨ ਦਈਏ ਨਾ ਚੀਜ਼ਾਂ ਵੱਲ। ਸੱਚੇ ਸੇਵ ਸਦਾ ਸੁਖ ਪਾਏ ਨੇ ਆਪਾਂ ਕਰ ਲਿਆ ਜੀ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਵੀ ਆਪਾਂ ਨੇ ਪੜ੍ਹਿਆ ਜੀ ਹੁਣੇ। ਸਤ ਸੰਗਤ ਬਹਿ ਹਰ ਗੁਣ ਗਾਇਆ ਵੀ ਆਪਾਂ ਨੇ ਪੜ੍ਹ ਲਿਆ। ਸੱਚੀ ਸੰਗਤ 'ਚ ਬਹਿ ਕੇ, ਸਤ ਸੰਗਤ 'ਚ ਬਹਿ ਕੇ ਹਰੀ ਦੇ ਗੁਣ ਗਾਣੇ ਚਾਹੀਦੇ ਹਨ। ਸਤ ਸੰਗਤ ਸਾਡੇ ਵਾਸਤੇ ਕੌਣ ਨੇ? ਗੁਰੂ। ਇਹ ਇੰਨਾ ਦ੍ਰਿੜ ਕਰ ਲਓ ਕਿ ਸਾਨੂੰ ਹਿੱਲਣ ਦੀ ਲੋੜ ਨਾ ਪਵੇ, ਸਾਡਾ ਦਿਮਾਗ ਹੋਰ ਪਾਸੇ, ਸਾਡੀ ਸੂਈ ਜਾਵੇ ਨਾ। ਨਹੀਂ ਸਾਡੀ ਸੂਈ ਦੇਖੋ ਕਿੱਥੇ ਕਿੱਥੇ ਜਾਂਦੀ ਹੈ। ਸਾਡੀ ਸੂਈ ਸਿੱਧੀ ਟਿਕੇ ਆ ਕੇ ਤਾਂ ਕਿੱਥੇ ਟਿਕੇ? ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ। ਆਨੰਦ ਦਿਨ ਹਰ ਸਾਲਾਹੇ, ਕਹਿੰਦੇ ਹਰ ਰੋਜ਼ ਮੈਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂ। ਸਾਚਾ ਨਿਰਮਲ ਨਾਦ ਵਜਾਵਨਿਆ, ਕਿਉਂਕਿ ਉਹ ਸੱਚਾ ਪਰਮਾਤਮਾ ਜਿਹੜਾ ਨਿਰਮਲ ਨਾਦ ਸਾਡੇ ਅੰਦਰ ਵਜਾ ਦਿੰਦਾ ਹੈ। ਉਹ ਵੱਜ ਰਿਹਾ ਸਾਰੇ ਕਿਤੇ, ਨਿਰਮਲ ਨਾਦ, ਪਿਆਰਾ ਨਾਦ, ਸੁਖ ਸ਼ਾਂਤੀ ਵਾਲਾ ਨਾਦ ਸਾਰੇ ਕਿਤੇ ਵੱਜ ਰਿਹਾ ਹੈ। ਫਿਰ ਉਹ ਸਾਡੇ ਅੰਦਰ ਹੀ ਵੱਜਣ ਲੱਗ ਜੂਗਾ ਜਦੋਂ ਅਸੀਂ ਹਰੀ ਦੇ ਨਾਮ ਦੀ ਸਿਫਤ ਸਲਾਹ ਕਰਾਂਗੇ। ਮਨਮੁਖ ਖੋਟੀ ਰਾਸ, ਜਿਹੜਾ ਮਨਮੁਖ ਹੈ, ਮਨ ਦੇ ਮਗਰ ਚੱਲਣ ਵਾਲਾ ਬੰਦਾ ਹੈ, ਜਿਹੜਾ ਮਨ, ਉਹਦੀ ਜਿਹੜੀ ਰਾਸ ਦਾ ਮਤਲਬ ਹੁੰਦਾ ਪੂੰਜੀ, ਉਹ ਖੋਟੀ ਪੂੰਜੀ ਉਹ ਇਕੱਠੀ ਕਰੀ ਜਾਂਦਾ ਹੈ। ਖੋਟਾ ਪਾਸਾਰਾ, ਜਿਹੜਾ ਉਹਦਾ ਪਸਾਰਾ ਵੀ ਹੁੰਦਾ ਨਾ ਆਲੇ ਦੁਆਲੇ ਬਣਾਇਆ ਹੋਇਆ ਲਾਮ ਲਸ਼ਕਰ, ਉਹ ਵੀ ਖੋਟਾ ਹੀ ਹੁੰਦਾ। ਗੁਰੂ ਜੀ ਕਹਿੰਦੇ ਜਿਵੇਂ ਮਲਿਕ ਭਾਗੋ ਦੇ ਘਰ ਗੁਰੂ ਜੀ ਗਏ ਨਾ ਸੀਗੇ, ਤਾਂ ਕਹਿੰਦੇ ਵੀ ਹੁਣ ਅੱਜ ਕੱਲ੍ਹ ਦੇਖੋ ਕਿੰਨੇ ਮਲਿਕ ਭਾਗੋ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੁਰਕੀ ਨਹੀਂ ਖਾਧੀ ਸੀ ਮਲਿਕ ਭਾਗੋ ਦੇ ਘਰੇ। ਕੀ ਅੱਜ ਅਸੀਂ ਲੋਕਾਂ ਦੇ ਘਰ ਜਾ ਕੇ ਰੋਟੀਆਂ ਨਹੀਂ ਖਾ ਰਹੇ ਜਿਹੜੇ ਬੇਈਮਾਨ ਨੇ? ਤਾਂ ਅਸੀਂ ਕਿਸ ਪਾਸਿਓਂ ਸਿੱਖ ਕਹਾਣ ਦੇ ਲਾਇਕ ਹਾਂ? ਆਪਣੀ ਤਾਂ ਦੇਖੋ ਸਮਝ ਤੋਂ ਬਾਹਰ ਹੈ ਜੋ ਗੁਰੂ ਦੇ ਸਾਰ ਆਪਣੇ ਨੂੰ ਜੋੜਦੇ ਹਾਂ, ਸਮਝ ਤੋਂ ਬਾਹਰ ਹੈ। ਅਸੀਂ ਖੋਟੇ ਲੋਕਾਂ ਨੂੰ ਆਪਣੇ ਘਰ ਵਾੜਦੇ ਹਾਂ, ਉਹਨਾਂ ਨਾਲ ਪੈਸਾ ਹੁੰਦਾ। ਗਰੀਬ ਨੂੰ ਨਹੀਂ ਨਾ ਵਾੜਦੇ, ਅਸੀਂ ਪੈਸੇ ਨੂੰ ਵਾੜਦੇ ਹਾਂ, ਅਤੇ ਉਹਦੀ ਕਮਾਈ ਨਾਲੇ ਘਟੀਆ ਹੁੰਦੀ ਹੈ ਕਈ ਵਾਰੀ। ਹੁਣ ਦੇਖੋ ਪਰ ਅਸੀਂ ਫਿਰ ਵੀ ਸਿੱਖ ਖਾਈ ਜਾਂਦੇ ਹਾਂ, ਅਖੰਡ ਪਾਠ ਵੀ ਬੜੇ ਕਰਾਈ ਜਾਂਦੇ ਹਾਂ। ਕੂੜ ਕਮਾਵਨ ਦੁੱਖ ਲਾਗੈ ਭਾਰਾ, ਕਹਿੰਦੇ ਇਹ ਲੋਕ ਕੂੜ ਦੀ ਕਮਾਈ ਕਰਦੇ ਨੇ, ਝੂਠੀ ਕਮਾਈ ਕਰਦੇ ਨੇ, ਅੰਦਰ ਉਹਨਾਂ ਦੇ ਕਲੇਸ਼ ਦੁੱਖ ਭਰੇ ਹੋਏ ਨੇ। ਜਿਹਦੇ ਪੈਸਾ ਜ਼ਿਆਦਾ ਹੁੰਦਾ ਨਾ, ਠੱਗੀਆਂ ਵਾਲਾ, ਬੇਈਮਾਨੀਆਂ ਵਾਲਾ, ਉਹ 24 ਘੰਟੇ ਲੋਕਾਂ ਦੇ ਪਿੱਛੇ ਹੀ ਤੱਕੀ ਜਾਂਦਾ ਹੈ, ਭੜਕਾਈ ਜਾਂਦਾ ਲੋਕਾਂ ਨੂੰ ਇੱਕ ਦੂਜੇ ਪ੍ਰਤੀ, ਕਿਉਂਕਿ ਉਹਦੇ ਹੋਰ ਕੋਈ ਕੰਮ ਤਾਂ ਹੁੰਦਾ ਨਹੀਂ। ਉਹਨੂੰ ਪਤਾ ਬੇਈਮਾਨੀਆਂ ਨਾਲ ਲੋਕਾਂ ਨੂੰ ਲੜਾਊਂਗਾ ਤਾਂ ਮੇਰਾ ਕੰਮ ਚੱਲੂਗਾ। ਸੱਚਾ ਸਾਹਿਬ ਮੈਂ ਅਤ ਪਿਆਰਾ, ਪਰ ਗੁਰੂ ਜੀ ਕਹਿੰਦੇ ਮੈਨੂੰ ਤਾਂ ਉਹ ਸੱਚਾ ਸਾਹਿਬ ਹੀ ਬੜਾ ਪਿਆਰਾ ਲੱਗਦਾ ਹੈ। ਮੈਨੂੰ ਇਹਨਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ, ਭਾਵ ਇਹ ਜੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ। ਲੋਕਾਂ ਤਾਂ ਗੁਰੂ ਜੀ ਸੁਧਾਰਦੇ ਨੇ, ਸਮਝਾਉਂਦੇ ਨੇ, ਭਾਵੇਂ ਇਹਨਾਂ ਕੰਮਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਮੈਨੂੰ ਤਾਂ ਉਹ ਸੱਚਾ ਸਾਹਿਬ ਪਰਮਾਤਮਾ ਬਹੁਤ ਪਿਆਰਾ ਲੱਗਦਾ ਹੈ, ਅਤੇ ਸਾਨੂੰ ਵੀ ਉਹੀ ਪਰਮਾਤਮਾ ਪਿਆਰਾ ਲੱਗਣਾ ਚਾਹੀਦਾ ਹੈ। ਪੂਰੇ ਗੁਰ ਕੈ ਸ਼ਬਦ ਆਧਾਰਾ, ਅਤੇ ਮੇਰਾ ਤਾਂ ਜੋ ਆਧਾਰ ਹੈ ਨਾ ਉਹ ਪੂਰੇ ਗੁਰੂ ਦਾ ਸ਼ਬਦ ਹੀ ਹੈ। ਦੇਖੋ ਇੱਥੇ ਗਾਣੀ ਖਤਮ ਕਰਤੀ ਨਾ, ਦੇਖੋ ਕੋਈ ਪੁਜਾਰੀ ਨਹੀਂ, ਕੋਈ ਬਾਬਾ ਨਹੀਂ, ਕੋਈ ਫਲਾਣਾ ਨਹੀਂ, ਕੋਈ ਧਮਕਾਣਾ ਨਹੀਂ। ਮੇਰਾ ਆਧਾਰ ਕੌਣ ਹੈ? ਪੂਰਾ ਗੁਰੂ ਦਾ ਸ਼ਬਦ। ਆਪਣੇ ਸ਼ਬਦ ਕੌਣ ਹੈ? ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ। ਬਸ ਇਹ ਸ਼ਬਦ ਮਿਲੂ ਕਿੱਥੋਂ? ਇੱਥੋਂ ਹੀ ਮਿਲਣਾ ਆਪਾਂ ਨੂੰ, ਹੋਰ ਕਿਤੋਂ ਨਹੀਂ ਮਿਲ ਸਕਦਾ, ਜਿੱਥੇ ਮਰਜ਼ੀ ਭੱਜ ਲਈਏ। ਨਾਨਕ ਨਾਮ ਮਿਲੈ ਵਡਿਆਈ, ਨਾਨਕ ਜੀ ਕਹਿੰਦੇ ਨੇ, ਤੀਜੇ ਪਾਤਸ਼ਾਹ ਨਾਨਕ ਦੇ ਰੂਪ ਵਿੱਚ, ਕਿ ਨਾਨਕ ਜੀ ਕਹਿੰਦੇ ਨੇ ਵੀ ਮੈਨੂੰ ਤਾਂ ਜਿਹੜੀ ਇਹ ਵਡਿਆਈ ਹੈ ਨਾ, ਵਡਿਆਈ ਦਾ ਮਤਲਬ ਜੀ ਅੰਦਰਲੀ ਸੋਭਾ ਹੈ। ਵਡਿਆਈ ਦਾ ਮਤਲਬ ਇਹ ਨਹੀਂ ਕਿ ਲੋਕ ਕਰਦੇ ਨੇ, ਉਹ ਗੁਰੂ ਜੀ ਚੱਕਰ 'ਚ ਨਹੀਂ ਪਏ ਕਦੀ ਵੀ। ਇੱਕ ਅੰਦਰੋਂ ਆਪਾਂ ਨੂੰ ਸੈਟਿਸਫੈਕਸ਼ਨ ਮਿਲਦੀ ਹੈ ਨਾ, ਅੰਦਰ ਕੋਈ ਚੰਗਾ ਕੰਮ ਕਰਕੇ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ, ਤੁਹਾਡੇ ਅੰਦਰ ਬੜੀ ਪਿਆਰ ਆਉਂਦਾ, ਤੁਹਾਨੂੰ ਐਂ ਲੱਗਦਾ ਉਹ ਮੈਂ ਅੱਜ ਵਧੀਆ ਕੰਮ ਕਰ ਲਿਆ। ਕਿਸੇ ਜਾਨਵਰ ਨੂੰ ਦੁੱਧ ਪਿਆ ਕੇ ਵੀ ਕਿੰਨਾ ਮਜ਼ਾ ਆਉਂਦਾ ਆਪਾਂ ਨੂੰ, ਵੀ ਅੱਜ ਮੈਂ ਸੇਵਾ ਕੀਤੀ ਹੈ ਨਾ। ਤਾਂ ਕਹਿੰਦੇ ਵਡਿਆਈ ਮਿਲਦੀ ਹੈ ਅੰਦਰੋਂ, ਸੋਭਾ ਮਿਲਦੀ ਹੈ ਸਾਨੂੰ ਆਪਣੇ ਅੰਦਰੋਂ। ਦੁੱਖ ਸੁੱਖ ਸਮ ਘਰ ਜਾਣਨਿਆ, ਪਰ ਉਹ ਬੰਦਾ ਦੁੱਖ ਅਤੇ ਸੁੱਖ ਨੂੰ ਬਰਾਬਰ ਜਾਣਦਾ ਹੈ। ਜਿਹੜੇ ਸਰੀਰ ਦੇ ਦੁੱਖ ਸੁੱਖ ਨੇ ਨਾ, ਉਹ ਬੰਦਾ ਉਹਨੂੰ ਅਲੱਗ-ਅਲੱਗ ਨਹੀਂ ਜਾਣਦਾ, ਬਰਾਬਰ ਜਾਣਦਾ। ਦੁੱਖ ਆ ਗਿਆ, ਅਸੀਂ ਮਿੰਟ 'ਚ ਆਪਣੇ ਗੁਰੂ ਨੂੰ ਛੱਡ ਦਿੰਦੇ ਹਾਂ, ਇੱਧਰ ਉੱਧਰ ਭੱਜ ਜਾਂਦੇ ਹਾਂ। ਉਹ ਵਿਅਕਤੀ ਨਹੀਂ ਭੱਜਦੇ, ਉਹ ਕਹਿੰਦੇ ਨੇ ਤਾਂ ਆਣੇ ਜਾਣੇ ਨੇ। ਗੱਲ ਹੈ ਕਿ ਮੈਂ ਅੰਦਰੋਂ ਤਾਂ ਸੋਭਾ ਮਿਲ ਗਈ ਨਾ, ਵੀ ਮੈਂ ਆਪਣੇ ਦਰ ਨੂੰ ਨਹੀਂ ਛੱਡਿਆ, ਆਪਣੇ ਗੁਰੂ ਨੂੰ ਨਹੀਂ ਛੱਡਿਆ, ਮੈਂ ਸੱਚ ਨਾਲ ਜੁੜਿਆ ਰਿਹਾ। ਕਿੰਨੇ ਸ਼ਹੀਦ ਹੋਏ ਨੇ ਸਿੰਘ 84 ਦੇ ਵੇਲੇ ਦੇ ਵਿੱਚ, ਜੋ ਇਹ ਚੱਲੇ ਹੈ, ਸਰਕਾਰਾਂ ਨੇ ਲੋਕ ਮਰਵਾਏ ਨੇ। ਮਰਵਾਏ ਤਾਂ ਸਰਕਾਰਾਂ ਨੇ ਨਾ,
ਹੁਣ ਆਪਾਂ ਮੂਵੀਆਂ 'ਚ ਵੀ ਦੇਖਦੇ ਹਾਂ, ਇੱਕ ਬੰਦੇ ਨੇ ਇੱਕ ਦੂਜੇ ਨੂੰ ਖਿਲਾਫ ਕਰਨਾ ਹੁੰਦਾ, ਉਹੀ ਬੰਦਾ ਜਿਹੜਾ ਉਹਦਾ ਦੋਸਤ ਹੁੰਦਾ ਹੈ, ਉਹ ਆਪਣੇ ਦੋਸਤ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਰ ਕੇ ਦੂਜੇ ਦੇ ਨਾਲ ਆ ਜਾਂਦਾ ਵੀ ਉਹਦੇ ਖਿਲਾਫ ਹੋ ਜਾਵੇ। ਉਹ ਇੱਦਾਂ ਸਰਕਾਰਾਂ ਕਰਦੀਆਂ ਨੇ। ਇਹ ਆਮ ਲੋਕਾਂ ਨੂੰ ਮਰਵਾ ਕੇ ਇੱਕ ਦੂਜੇ ਦੇ ਖਿਲਾਫ ਭੜਕਾਈ ਜਾਂਦੀਆਂ ਨੇ। ਸਾਜ਼ਿਸ਼ਾਂ ਰਚਣ ਵਾਲੇ ਲੋਕ ਇਹ ਪੋਲੀਟੀਕਲ ਲੋਕ ਨੇ ਅਤੇ ਲੋਕ ਇਹਨਾਂ ਉਲਟ ਦੇ ਖਿਲਾਫ ਚੱਲੇ ਜਾਂਦੇ। ਪਰ ਜਿਹੜਾ ਬੰਦਾ ਦੁੱਖ ਸੁੱਖ ਨੂੰ ਬਰਾਬਰ ਜਾਣੂਗਾ, ਉਹਦੀ ਬੁੱਧੀ ਤੇਜ਼ ਹੋ ਜਾਊਗੀ, ਲੱਗੂਗਾ ਵੀ ਕੋਈ ਗੱਲ ਨਹੀਂ, ਦੁੱਖ ਆਇਆ ਨਾ, ਉਹ ਕਹਿੰਦਾ ਇਹ ਨਹੀਂ ਸੋਚੂਗਾ ਵੀ ਕਿਹਨੇ ਕੀਤਾ, ਉਹ ਦੇਖੂਗਾ ਵੀ ਹੋਇਆ ਕੀ ਹੈ। ਠੀਕ ਹੈ ਜੀ। ਫਿਰ ਉਸ ਦਾ ਹੱਲ ਲੱਭੂਗਾ ਉਹ, ਨਾ ਕਿ ਬੇਕਸੂਰ ਦੇ ਉੱਪਰ ਹੱਥ ਉਠਾਊਗਾ। ਜਿਵੇਂ ਸਰਕਾਰਾਂ ਨੇ ਹੁਣ ਜਰਨੈਲ ਸਿੰਘ ਪਿੰਡ ਵਾਲੇ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਉੱਪਰ ਕਿੰਨਾ ਲਾਇਆ, ਉਹਨਾਂ ਨੇ ਹਿੰਦੂਆਂ ਨੂੰ ਮਾਰਿਆ, ਇਹਨਾਂ ਨੇ ਐਂ ਕਰਤਾ, ਲਾਏ ਨਾ ਲੋਕਾਂ ਨੇ ਉਸ ਟਾਈਮ ਕਿੰਨੇ ਦੋਸ਼ ਲਾਏ ਨੇ। ਜਦ ਕਿ ਸੰਤ ਜਰਨੈਲ ਸਿੰਘ ਪਿੰਡ ਵਾਲੇ ਭਾਈ ਸਾਹਿਬ, ਚਲੋ ਸੰਤ ਸ਼ਬਦ ਤਾਂ ਆਪਾਂ ਗੁਰੂ ਜੀ ਨੇ ਆਪਾਂ ਨੂੰ ਮਨਾ ਕੀਤਾ, ਆਪਣੇ ਭਾਈ ਗੁਰਸਿੱਖ ਸੀਗੇ, ਠੀਕ ਹੈ ਜੀ। ਜਿਵੇਂ ਬਾਬਾ ਦੀਪ ਸਿੰਘ ਸੀਗੇ, ਭਾਈ ਜਰਨੈਲ ਸਿੰਘ ਪਿੰਡ ਵਾਲੇ ਸੀਗੇ, ਇੱਦਾਂ ਹੋਏ ਨੇ। ਹੁਣ ਦੇਖੋ, ਉਹਨਾਂ ਨੇ ਕਦੀ ਵੀ ਪੰਥ ਦਾ 1 ਰੁਪਇਆ ਨਹੀਂ ਖਾਧਾ, ਗੁਰੂ ਦੀ ਗੋਲਕ ਦਾ 1 ਰੁਪਇਆ ਵੀ ਆਪਣੇ ਪਰਿਵਾਰ 'ਤੇ ਇਸਤੇਮਾਲ ਨਹੀਂ ਕੀਤਾ। ਉਹ ਵਿਅਕਤੀ ਜਿਹੜਾ ਗੁਰੂ ਦਾ ਇੰਨਾ ਵਧੀਆ ਸਿੱਖ ਹੋਊਗਾ, ਕਿਸੇ ਗਰੀਬ ਮਾਸੂਮ ਨੂੰ ਮਾਰ ਸਕਦਾ ਜਾਂ ਮਰਵਾ ਸਕਦਾ? ਇਹ ਸੋਚਣ ਵਾਲੀਆਂ ਗੱਲਾਂ ਨੇ। ਉਹਦਾ ਭਲਾ ਕਰਨ ਵਾਲੇ ਲੋਕ ਸੀ, ਉਹ ਧੀਆਂ ਭੈਣਾਂ ਦੀ ਇੱਜ਼ਤ ਵਜਾਉਂਦੇ ਸੀ ਉਸ ਟਾਈਮ ਉਹ। ਪਰ ਸਰਕਾਰਾਂ ਨੇ, ਕਿਉਂਕਿ ਜੇ ਸਰਕਾਰ ਨੇ ਕਿਸੇ ਨੂੰ ਖਤਮ ਕਰਨਾ ਹੁੰਦਾ ਨਾ, ਹੁਣ ਉਹ ਜਨਤਾ ਨੂੰ ਉਹਦੇ ਖਿਲਾਫ ਕਰਦੇ ਨੇ। ਉਹ ਉਹਨਾਂ ਦੇ ਭੇਸ ਰੂਪ ਧਾਰਨ ਕਰਕੇ, ਕਿਉਂਕਿ ਕਹਿੰਦੇ, ਕਈ ਬੰਦੇ ਕਹਿੰਦੇ ਵੀ ਉਹਨਾਂ ਨੇ ਬੰਦੇ ਫੜੇ, ਦੱਸਦੇ ਨੇ ਬੰਦਿਆਂ ਨੂੰ ਫੜਿਆ, ਉਹਨਾਂ ਨੂੰ ਫਿਰ ਸਿੱਖੀ ਪਹਿਰਾਵਾ ਪਹਿਨਾਇਆ, ਫਿਰ ਉਹਨਾਂ ਤੋਂ ਜਿਵੇਂ ਬੱਸਾਂ ਦੇ ਵਿੱਚ 1-2-4 ਬੰਦੇ ਮਰਵਾਤੇ, ਫਲਾਣੇ ਮਰਵਾਤੇ। ਜਦੋਂ ਇੱਦਾਂ ਕੁਛ ਹੋਊਗਾ ਤਾਂ ਲੋਕ ਖਿਲਾਫ ਹੋ ਜਾਂਦੇ ਨੇ, ਮਰਨ ਤਾਂ ਲੋਕਾਂ ਵੀ ਸਿੱਖੇ ਨੇ ਇਹ। ਤਾਂ ਇਹ ਹਾਲਾਤ ਸਰਕਾਰਾਂ ਕਰਦੀਆਂ ਨੇ। ਪਰ ਸਾਨੂੰ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸਾਨੂੰ ਆਪਣੀ ਬੁੱਧੀ ਦੇ ਉੱਪਰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ, ਜਿਹਨੂੰ ਸਮਝਣਾ ਚਾਹੀਦਾ ਵੀ ਕਰਾਉਣ ਵਾਲਾ ਕੌਣ ਹੈ। ਫਿਰ ਜੇ ਸਾਨੂੰ ਇਹ ਚੀਜ਼ ਸਮਝ ਪਊ, ਫਿਰ ਅਸੀਂ ਇਸ ਚੀਜ਼ਾਂ ਬਚ ਸਕਦੇ ਹਾਂ। ਨਹੀਂ, ਸਾਡੀ ਇੱਦਾਂ ਹੀ ਲੁੱਟ ਖਸੁੱਟ ਹੋਣੀ ਹੈ ਇੱਕ ਦੂਜੇ ਦੇ ਖਿਲਾਫ ਭੜਕਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।